ਕਨਹਾਰ ਬੂੰਦ ਬਸੋ ਰੁਮਾਵਲ। ਕੁਸਮ ਬਸੰਤ ਗਨੰਤ ਨ ਆਵੈ। ਰਾਵ ਸਸ ਕਿਰਨ ਉਦਰ ਸਾਗਰ ਕੋ। ਗੰਗ ਤਰੰਗ ਅੰਤ ਕੋ ਪਾਵੈ। रुदर ध्यान ज्ञान सतगुर के। कव जन भल उन्हें जो गावै। भले अमरदास गुण तेरे तेरी उपमा तोहे बन आवै। भले अमरदास गुण तेरे तेरी उपमा तोहे बन आवै। सुखाओ टल गुर सेविय है निस सहज सुभाए। दर्शन परसिਐ गुरु कै जन्म मरण दुख जाय। होवै सिफत खसंबंधी नूर अरसों कुरसों चटियै। तुद ठे सच्चे पातशाह मल जन्म जन्म दी कटियै। तुद डिठे सच्चे पातशाह मल जन्म जन्म दी कटियै। सतनाम श्री वाहिगुरु साहिब जीओ। श्लोक महला तीजा। पूर्व लिखिया कमावना जे करते आप लिखियास। मोह ठगोली पायन विसरिया गुणतास। मत जानो जग जीवदा दूजै भाए मोयास। जिनी गुरमुख नाम ना चेत्यो से बहन ना मिलनी पास। दुख लागा बहुत घना पुत कलत ना साथ कोई जास। लोकां विच मोह काला होआ अंदर उबै सास। मनमुखानो को ना विसई चुक गया वे सास। नानक गुरमुखानो सुख अगला जिन्ना अंतर नाम निवास। पूर्व लिखिया कमावना जे करतै आप लिखियास। वाहिगुरु जी का खालसा वाहिगुरु जी की फतेह। किरपा निधान गरीब नवाज सतगुरु ਸਾਹਿਬ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ। ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ ਹੈ ਜੋ ਅੰਮ੍ਰਿਤ ਵੇਲੇ ਤੋਂ ਸਤ ਸੰਗਤ ਦੇ ਸੁਭਾਗੇ ਸਮੇਂ ਬਖਸ਼ਿਸ਼ ਕਰਦਿਆਂ ਹੋਇਆਂ ਨਾਮ ਗੁਰਬਾਣੀ ਦੀਆਂ ਦਾਤਾਂ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੀਆਂ ਨੇ। ਇਸ ਵੇਲੇ ਆਪਾਂ ਲੜੀਵਾਰ ਗੁਰਬਾਣੀ ਦੀ ਕਥਾ ਸਰਵਨ ਕਰਨ ਵਾਸਤੇ ਗੁਰੂ ਦਰਬਾਰ ਵਿੱਚ ਇਕੱਤਰਤ ਹੋਏ ਹਾਂ। ਸਤਿਗੁਰੂ ਜਿਵੇਂ ਕਿਰਪਾ ਕਰ ਰਹੇ ਨੇ ਉਪਦੇਸ਼ ਬਖਸ਼ਿਸ਼ ਕਰਦੇ ਨੇ। ਆਓ ਬੜੀ ਭਾਵਨਾ ਨਾਲ ਸ਼ਰਧਾ ਨਾਲ ਸਤਿਗੁਰਾਂ ਦੇ ਇਹ ਜੋ ਪਵਿੱਤਰ ਬਚਨ ਹਨ ਉਹਨਾਂ ਨੂੰ ਸਰਵਨ ਕਰਕੇ ਲਾਹਾ ਪ੍ਰਾਪਤ ਕਰੀਏ। ਆਪਣੇ ਮਨ ਦੇ ਧਿਆਨ ਨੂੰ ਟਿਕਾਈਏ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ
ਭਰੋਸੇ ਦੇ ਨਾਲ ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਤੀਜਾ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਇਹ ਜੋ ਸ਼ਲੋਕ ਹੈ ਇਹਦੀ ਬਖਸ਼ਿਸ਼ ਕਰ ਰਹੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਹ ਸ਼ਲੋਕ 643 ਅੰਗ ਦੇ ਉੱਪਰ ਬਖਸ਼ਿਸ਼ ਕੀਤਾ ਹੈ ਅਤੇ ਗੁਰੂ ਅਮਰਦਾਸ ਮਹਾਰਾਜ ਜੀ ਇਹ ਉਪਦੇਸ਼ ਸਾਨੂੰ ਬਖਸ਼ਿਸ਼ ਕਰਦੇ ਹਨ। ਪੂਰਬ ਲਿਖਿਆ ਕਮਾਵਣਾ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਜੋ ਵੀ ਇੱਥੇ ਅਸੀਂ ਦੁੱਖ ਜਾਂ ਸੁੱਖ ਕਮਾਉਂਦੇ ਹਾਂ, ਜੋ ਵੀ ਸਾਨੂੰ ਦੁੱਖ ਜਾਂ ਸੁੱਖ ਇੱਥੇ ਪ੍ਰਾਪਤ ਹੁੰਦਾ ਹੈ, ਮਹਾਰਾਜ ਕਹਿਣ ਲੱਗੇ ਪੂਰਬ ਲਿਖਿਆ। ਪਿਛਲੇ ਤੇਰੇ ਜਨਮਾਂ ਵਿੱਚ ਜੋ ਤੂੰ ਪਾਪ ਕਰਮ ਕੀਤੇ, ਪੁੰਨ ਕਰਮ ਕੀਤੇ, ਉਹ ਪਾਪ ਤੇ ਪੁੰਨ ਕਰਮ ਦਾ ਫਲ ਜਿਹੜਾ ਤੈਨੂੰ ਇਸ ਜਨਮ ਦੇ ਵਿੱਚ ਆ ਕੇ ਪ੍ਰਾਪਤ ਹੋਇਆ। ਜਦੋਂ ਇਸ ਜਨਮ ਵਿੱਚ ਦੁੱਖ ਮਿਲਿਆ ਹੈ, ਤੂੰ ਇਹ ਗੱਲ ਆਖਦਾ ਮੈਨੂੰ ਦੁੱਖ ਕਿਉਂ ਮਿਲਿਆ ਹੈ, ਪਰ ਜਦੋਂ ਸੁੱਖ ਮਿਲਦਾ ਹੈ ਉਦੋਂ ਕਦੇ ਨਹੀਂ ਪੁੱਛਿਆ ਵੀ ਸੁੱਖ ਕਿਉਂ ਮਿਲਿਆ ਹੈ। ਦੁੱਖ ਮਿਲਿਆ ਹੈ ਤੇ ਜਾ ਕੇ ਜੋਤਸ਼ੀਆਂ ਦੇ ਕੋਲੋਂ ਪੁੱਛਦਾ ਹੈ ਇਹ ਦੁੱਖ ਖਤਮ ਕਦੋਂ ਹੋਵੇਗਾ, ਦੁੱਖ ਤੋਂ ਮੈਂ ਮੁਕਤ ਕਦੋਂ ਹੋਵਾਂਗਾ। ਪਰ ਜੇ ਪਰਮਾਤਮਾ ਸੁੱਖ ਦੇਵੇ ਫਿਰ ਨਹੀਂ ਪੁੱਛਦਾ ਕਿਸੇ ਕੋਲੋਂ ਵੀ ਸੁੱਖ ਕਦੋਂ ਖਤਮ ਹੋਵੇਗਾ। ਮਹਾਰਾਜ ਕਹਿਣ ਲੱਗੇ ਦੁੱਖ ਆਇਆ ਉਹ ਤੇਰੇ ਕਰਮਾਂ ਦਾ ਹੈ, ਜੇ ਸੁੱਖ ਆਇਆ ਉਹ ਵੀ ਤੇਰੇ ਕਰਮਾਂ ਦਾ ਹੈ। ਰਹਿਣਾ ਸੁੱਖ ਵੀ ਸਦਾ ਨਹੀਂ ਹੈ ਔਰ ਰਹਿਣਾ ਦੁੱਖ ਵੀ ਸਦਾ ਨਹੀਂ ਹੈ, ਪਰ ਦੁੱਖ ਤੇ ਸੁੱਖ ਦੋਨੇ ਇਹ ਜਿਹੜੇ ਤੇਰੇ ਸਰੀਰ ਤੇ ਆਏ ਨੇ ਪੂਰਬਲੇ ਕਰਮਾਂ ਦਾ ਫਲ ਹੈ। ਕਿਵੇਂ ਦੇ ਤੂੰ ਕਰਕੇ ਆਇਆ। ਆਪਾਂ ਕਈ ਵਾਰ ਇੱਕ ਸਾਖੀ ਸਰਵਣ ਕਰਦੇ ਹਾਂ। ਕੌਰਵਾਂ ਅਤੇ ਪਾਂਡਵਾਂ ਦਾ ਜਿਹੜਾ ਸਾਰਿਆਂ ਤੋਂ ਵੱਡਾ ਇਸ ਵੇਲੇ ਰਾਜਾ ਸਿੰਘਾਸਨ ਤੇ ਬੈਠਾ ਹੋਇਆ ਤੇ ਨਾਮ ਹੈ ਧ੍ਰਿਤਰਾਸ਼ਟਰ, ਹੈ ਅੱਖਾਂ ਦਾ ਅੰਨਾ, ਪਰ ਇੰਨੀ ਕੁ ਬੰਦਗੀ ਹੈ, ਇੰਨਾ ਕੁ ਜਪ ਤਪ ਹੈ ਕਿ 100 ਜਨਮ ਦਾ ਗਿਆਨ ਆਪਣੇ ਕੋਲ ਇਸਨੇ ਸਾਂਭਿਆ ਹੋਇਆ। ਵਿਦਵਾਨ ਜਨ ਇਹ ਗੱਲ ਕਹਿੰਦੇ ਨੇ ਜਦੋਂ ਬੱਚੇ ਦਾ ਜਨਮ ਨਹੀਂ ਹੋਇਆ, ਮਾਤਾ ਦੇ ਗਰਭ ਦੇ ਵਿੱਚ ਹੈ, ਉਸ ਵੇਲੇ ਬੱਚੇ ਨੂੰ 100 ਜਨਮ ਦਾ ਗਿਆਨ ਹੁੰਦਾ, ਸੋਝੀ ਹੁੰਦੀ ਹੈ। ਦੁਨੀਆ ਤੇ ਆਉਂਦਾ ਹੌਲੀ ਹੌਲੀ ਉਹ ਪਿਛਲਾ ਧਿਆਨ, ਪਿਛਲਾ ਉਹ ਚੇਤਾ ਯਾਦ ਭੁੱਲ ਜਾਂਦੀ, ਵਿਸਰ ਜਾਂਦੀ, ਅੱਗੇ ਨਵੀਂ ਦੁਨੀਆ ਨਾਲ ਜੁੜ ਜਾਂਦਾ। ਪਰ ਜਨਮ ਤੋਂ ਪਹਿਲਾਂ ਇਸ ਨੂੰ ਗਿਆਨ ਸੀ ਵੀ ਪਿੱਛੇ ਮੈਂ ਕੀ ਹਾਂ। ਇਹ ਜਿਹੜਾ ਧ੍ਰਿਤਰਾਸ਼ਟਰ ਨਾਮ ਦਾ ਰਾਜਾ ਸੀ ਇਸ ਨੂੰ 100 ਜਨਮ ਦਾ ਗਿਆਨ। 100 ਜਨਮ ਦੇ ਵਿੱਚ ਮੈਂ ਮਾੜਾ ਕਰਮ ਕੋਈ ਨਹੀਂ ਕੀਤਾ। ਇੱਕ ਦਿਨ ਪੁੱਛ ਹੀ ਲਿਆ, ਕਹਿਣ ਲੱਗਾ ਭਗਵਾਨ ਕ੍ਰਿਸ਼ਨ ਜੀ ਮੈਂ ਅੰਨਾ ਕਿਉਂ ਹੋਇਆ। ਇੰਨਾ ਵੱਡਾ ਰਾਜਾ, ਇੰਨੇ ਸੁੱਖ ਮਿਲੇ, ਇੰਨੀਆਂ ਫੌਜਾਂ, ਇੰਨੀਆਂ ਸਰਦਾਰੀਆਂ, ਮਾਣ ਸਨਮਾਨ ਬਹੁਤ ਮਿਲਿਆ, ਬੜੀਆਂ ਵਸਤੂਆਂ ਮੇਰੇ ਕੋਲ ਨੇ, ਪਰ ਮੈਂ ਅੱਖਾਂ ਨਾਲ ਵੇਖ ਨਹੀਂ ਸਕਦਾ। ਇਹ ਮੈਂ ਅੰਨਾ ਕਿਉਂ ਹੋਇਆ। ਉਹਨਾਂ ਨੇ ਇਹਦੇ ਸਵਾਲ ਦਾ ਜਵਾਬ ਦਿੱਤਾ। ਕਹਿਣ ਲੱਗੇ 100 ਜਨਮ ਦਾ ਤੈਨੂੰ ਗਿਆਨ ਹੈ, ਪਰ 100 ਜਨਮ ਤੋਂ ਇੱਕ ਜਨਮ ਹੋਰ ਪਿੱਛੇ ਨੂੰ ਚਲੇ ਜਾ। ਉਸ ਜਨਮ ਦੇ ਵਿੱਚ ਤੂੰ ਨਿੱਕਾ ਜਿਹਾ ਇੱਕ ਜੀਵ ਫੜ ਕੇ, ਕੋਈ ਪਤੰਗਾ, ਕੋਈ ਟਿੱਡਾ ਫੜ ਕੇ ਕਿੱਕਰ ਦੀ ਸੂਲ ਦੇ ਨਾਲ, ਕੰਡੇ ਦੇ ਨਾਲ ਤੂੰ ਉਹਦੀਆਂ ਅੱਖਾਂ ਅੰਨੀਆਂ ਕੀਤੀਆਂ। ਜਿਵੇਂ ਤੂੰ ਅੰਨੀਆਂ ਕੀਤੀਆਂ ਉਵੇਂ ਦਾ ਫਲ ਤੈਨੂੰ ਮਿਲਿਆ। ਸਾਖੀ ਇਹ ਗੱਲ ਉਦਾਹਰਨ ਦਿੰਦੀ ਹੈ, ਪੂਰਬ ਲਿਖਿਆ ਕਮਾਵਣਾ, ਪਿੱਛੇ ਜੋ ਤੂੰ ਕਰਕੇ ਆਇਆ ਉਹਦਾ ਫਲ ਤੈਨੂੰ ਇੱਥੇ ਮਿਲਦਾ ਪਿਆ। ਪਰ ਜਦੋਂ ਫਲ ਮਿਲਿਆ ਉਦੋਂ ਹੀ ਪੁੱਛਿਆ ਵੀ ਮੈਨੂੰ ਕਿਉਂ ਮਿਲਿਆ। ਪਹਿਲਾਂ ਨਹੀਂ ਕਦੇ ਕਿਸੇ ਨੂੰ ਪੁੱਛਿਆ, ਨਾ ਪਹਿਲਾਂ ਕਿਸੇ ਨੂੰ ਦੱਸਿਆ ਵੀ ਮੈਂ ਕਿਸੇ ਨੂੰ ਅਨਿਆਂ ਕੀਤਾ ਸੀ। ਨਹੀਂ, ਜਦੋਂ ਆਪਣੇ ਤੇ ਦੁੱਖ ਆਉਂਦਾ ਹੈ ਮਨੁੱਖ ਦੌੜ ਉਦੋਂ ਲਾਉਂਦਾ ਹੈ, ਉਸ ਵੇਲੇ ਭੱਜਦਾ ਵੀ ਮੇਰੇ ਤੇ ਮੁਸੀਬਤ ਕਿਉਂ ਪਈ ਹੈ। ਉਸ ਵੇਲੇ ਸਮਝਾਇਆ, ਕਹਿਣ ਲੱਗੇ ਵੀ ਆਹ ਕਰਮ ਤੂੰ ਪਾਪ ਦਾ ਕੀਤਾ ਤਾਂ ਤੂੰ ਇਹ ਅੱਖਾਂ ਤੋਂ ਅੰਨਾ ਹੋ ਕੇ ਪੈਦਾ ਹੋਇਆ। ਕਹਿਣ ਲੱਗਾ ਚਲੋ ਮੈਂ ਮੰਨ ਲੈਂਦਾ ਵੀ ਰੱਬ ਨੇ ਮੈਨੂੰ ਸਜ਼ਾ ਦਿੱਤੀ ਹੈ, ਪਰ ਇਹਦੇ ਵਿੱਚ ਵੀ ਮੇਰਾ ਇੱਕ ਸਵਾਲ ਹੈ ਵੀ ਇੰਨੇ ਜਨਮ ਮੈਂ ਭੋਗ ਲਏ, ਰੱਬ ਹੋਰ ਕਿਸੇ ਜਨਮ ਵਿੱਚ ਅੰਨਾ ਕਰਦਾ, ਇਸ ਜਨਮ ਵਿੱਚ ਮੈਨੂੰ ਅੱਖਾਂ ਵਾਲਾ ਬਣਾਉਂਦਾ, ਮੈਂ ਰਾਜਾ ਬਣਿਆ। ਤੇ ਉਸ ਵੇਲੇ ਜਵਾਬ ਇਹ ਮਿਲਿਆ, ਕਹਿਣ ਲੱਗੇ ਤੂੰ ਚੰਗੇ ਕਰਮ ਹੀ ਇੰਨੇ ਕੀਤੇ ਸਨ
ਵੀ 100 ਜਨਮ ਤੂੰ ਉਹ ਚੰਗੇ ਕਰਮਾਂ ਨੂੰ ਭੋਗਦਾ ਰਿਹਾ, ਆਨੰਦ ਲੈਂਦਾ ਰਿਹਾ। ਅੱਜ ਉਹ ਤੇਰਾ ਕਰਮ ਸਾਹਮਣੇ ਆ ਗਿਆ ਤੇ ਤੈਨੂੰ ਫਲ ਮਿਲਿਆ। ਮਹਾਰਾਜ ਕਹਿਣ ਲੱਗੇ ਪੁਰਬ ਲਿਖਿਆ ਕਮਾਵਨਾ। ਜਿਵੇਂ ਧ੍ਰਿਤਰਾਸ਼ਟਰ ਰਾਜੇ ਨੇ ਆਪਣਾ ਉਹ ਕਰਮ ਕੀਤਾ, ਟਿੱਡੇ ਦੀਆਂ ਅੱਖਾਂ ਕੱਢੀਆਂ, ਉਹ ਕਮਾਉਣੀਆਂ ਪਈਆਂ, ਅੰਨਾ ਬੰਨਾ ਪਿਆ। ਇਸੇ ਤਰ੍ਹਾਂ ਇਹ ਮਨੁੱਖ, ਇਹ ਜੀਵ, ਇਹ ਦੁੱਖ, ਇਹ ਸੁੱਖ, ਇਹ ਪਾਪ, ਇਹ ਪੁੰਨ ਕਰਮ ਜਿਹੜੇ ਪਿੱਛੇ ਤੂੰ ਕਰਕੇ ਆਇਆ, ਉਹਦਾ ਫਲ ਤੈਨੂੰ ਇੱਥੇ ਭੋਗਣਾ ਪੈਣਾ ਹੈ। ਪੂਰਬ ਲਿਖਿਆ ਕਮਾਵਨਾ, ਜੋ ਪਿੱਛੇ ਲਿਖਿਆ ਗਿਆ ਤੇਰੇ ਕਰਮਾਂ ਵਿੱਚ, ਲਿਖਿਆ ਉਹ ਗਿਆ ਜਿਹੜਾ ਤੂੰ ਕੀਤਾ ਹੈ। ਇਹ ਨਹੀਂ ਵੀ ਕੀਤਾ ਕਿਸੇ ਹੋਰ ਨੂੰ ਹੋਵੇ ਤੇ ਸਜ਼ਾ ਤੈਨੂੰ ਮਿਲੇ। ਰੱਬ ਦੇ ਘਰੇ ਐਸਾ ਨਿਆਂ ਨਹੀਂ ਹੈ। ਰੱਬ ਦੇ ਘਰੇ ਨਿਆਂ ਇਹ ਹੈ, ਇਹ ਕਰ ਕਰੇ ਸੋ ਇਹ ਕਰ ਪਾਏ। ਜਿਨੇ ਜੋ ਕੀਤਾ ਉਹਨੂੰ ਉਹ ਫਲ ਮਿਲਦਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪੂਰਬਲੇ ਕਰਮਾਂ ਦੀ ਦਾਤ ਹੈ ਭਾਈ, ਇਹ ਕਮਾਉਣੀ ਪੈਂਦੀ ਹੈ। ਇਸ ਨੂੰ ਜਿਹੜਾ ਹੈ ਜੀਵ ਮੰਨਦਾ ਹੈ। ਜੇ ਕਰਤਾ ਆਪ ਲਿਖਿਆਸ, ਕਿਉਂਕਿ ਕਰਤੇ ਅਕਾਲ ਪੁਰਖ ਨੇ ਤੇਰੇ ਕਰਮਾਂ ਵਿੱਚ ਉਸ ਚੀਜ਼ ਨੂੰ ਲਿਖ ਦਿੱਤਾ। ਪ੍ਰਮਾਤਮਾ ਨੇ ਲਿਖਿਆ। ਹੁਣ ਪ੍ਰਮਾਤਮਾ ਦੇ ਲਿਖੇ ਲੇਖ ਨੂੰ, ਕਰਮ ਨੂੰ ਪ੍ਰਮਾਤਮਾ ਹੀ ਵੇਟ ਸਕਦਾ ਹੈ। ਉਹਦੇ ਤੋਂ ਥੱਲੇ ਕੋਈ ਤਾਕਤ ਨਹੀਂ ਹੈ। ਬਥੇਰਾ ਅਸੀਂ ਜੋਤਸ਼ੀਆਂ ਦੇ ਕੋਲ ਜਾਂਦੇ ਹਾਂ, ਬੜੀਆਂ ਕਿਤਾਬਾਂ ਫੋਲਦੇ ਹਾਂ, ਬੜਾ ਕੁਝ ਢਾਲੇ ਕਰਦੇ ਹਾਂ, ਸੋਚਦੇ ਹਾਂ ਦੁੱਖ ਦੂਰ ਹੋ ਜਾਏਗਾ। ਗੁਰਮੁਖਾ, ਜਿਨ੍ਹਾਂ ਦੇ ਮੰਤਰ ਪੜ੍ਹ ਕੇ ਜੋਤਸ਼ੀ ਨੇ ਤੇਰਾ ਦੁੱਖ ਤੇ ਕਰਮ ਦੂਰ ਕਰਨਾ ਹੈ, ਉਹ ਮੰਤਰਾਂ ਨੂੰ ਉਚਾਰਨ ਵਾਲੇ ਜਿਹੜੇ ਦੇਵਤੇ ਨੇ ਉਹ ਤੇ ਆਪ ਕਰਮਾਂ ਦਾ ਫਲ ਭੋਗਦੇ ਪਏ। ਤੇ ਸਤਿਗੁਰਾਂ ਨੇ ਗੁਰਬਾਣੀ ਵਿੱਚ ਕਿੰਨੇ ਬਚਨ ਬਖਸ਼ਿਸ਼ ਕੀਤੇ। ਕਹਿਣ ਲੱਗੇ ਸਹੰਸਰ ਦਾਨ ਦੇ ਇੰਦਰ ਰਵਾਇਆ, ਪਰਸਰਾਮ ਰੋਵੈ ਘਰ ਆਇਆ, ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਨ ਵਿਛੜ ਗਿਆ। ਇਹ ਦੇਵਤੇ ਕਿਉਂ ਰੋਏ, ਅਵਤਾਰ ਕਿਉਂ ਰੋਏ, ਪੈਗੰਬਰ ਕਿਉਂ ਰੋਂਦੇ ਪਏ? ਕਿਉਂਕਿ ਕਰਮ ਇਹੋ ਜਿਹਾ ਫਲ ਉਹਦਾ ਭੋਗਣਾ ਔਖਾ ਹੋ ਗਿਆ। ਜਦੋਂ ਉਹਨਾਂ ਨੂੰ ਫਲ ਭੋਗਣਾ ਔਖਾ ਹੋ ਗਿਆ, ਜਿਨ੍ਹਾਂ ਦੇ ਮੰਤਰ ਪੜ੍ਹ ਕੇ ਜੋਤਸ਼ੀ ਨੇ ਤੇਰਾ ਦੁੱਖ ਦੂਰ ਕਰਨਾ ਹੈ, ਫਿਰ ਤੇਰੇ ਦਿਮਾਗ ਵਿੱਚ ਇਹ ਗੱਲ ਕਿਉਂ ਨਾ ਆਈ ਵੀ ਕਰਮ ਤੇ ਉਹਨਾਂ ਨੂੰ ਭੋਗਣੇ ਪਏ ਜਿਹੜੇ ਦੁਨੀਆ ਤੇ ਪੈਗੰਬਰ ਆਖੇ ਗਏ, ਅਵਤਾਰ ਆਖੇ ਗਏ। ਜੇ ਕਰਮ ਉਹ ਭੋਗਦੇ ਪਏ ਤੇ ਲਿਖਿਆ ਹੋਇਆ ਕਰਮ ਪ੍ਰਮਾਤਮਾ ਦਾ ਹੈ, ਇਹ ਭੋਗਣਾ ਹੀ ਪਵੇਗਾ। ਇਹ ਭੋਗੇ ਬਿਨਾ ਟਲੇਗਾ ਨਹੀਂ, ਇਹ ਭੋਗੇ ਬਿਨਾ ਮੁੜੇਗਾ ਨਹੀਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਰਤਾ ਆਪ ਲਿਖਿਆਸ। ਕਰਤੇ ਅਕਾਲ ਪੁਰਖ ਨੇ ਆਪ ਤੇਰੇ ਕਰਮਾਂ ਦੇ ਵਿੱਚ ਇਹ ਦੁੱਖ ਰੂਪ ਕਰਮ ਲਿਖਿਆ। ਕਿਉਂ ਲਿਖਿਆ ਹੈ? ਕਿਉਂਕਿ ਤੂੰ ਇਹ ਕਰਮ ਕਮਾਇਆ ਹੈ, ਕੀਤਾ ਹੈ। ਵਿਦਵਾਨਾਂ ਨੇ 3 ਤਰ੍ਹਾਂ ਦੇ ਕਰਮ ਲਿਖੇ ਨੇ। ਸੰਚਿਤ ਕਰਮ, ਇਸੇ ਤਰ੍ਹਾਂ ਪਰਾਲਬਧ ਕਰਮ। ਸੰਚਿਤ ਕਰਮ ਗੁਰਮੁਖੋ ਉਹ ਹੁੰਦਾ ਹੈ ਜਿਵੇਂ ਅਸੀਂ ਰੋਜ਼ ਪੈਸਾ ਕਮਾਉਂਦੇ ਨਾ, ਰੋਜ਼ ਨੌਕਰੀ ਕਰਦੇ, ਸਾਨੂੰ ਰੋਜ਼ 100, 500, 1000, 2000 ਰੁਪਇਆ ਦਿਹਾੜੀ ਪੈਂਦੀ ਹੈ। ਹੌਲੀ ਹੌਲੀ ਉਹ ਦਿਹਾੜੀ ਇਕੱਠੀ ਕਰਦਿਆਂ ਕਰਦਿਆਂ ਮਹੀਨੇ ਵਿੱਚ ਕਿੰਨੇ ਪੈਸੇ ਬਣ ਗਏ, ਸਾਲ ਵਿੱਚ ਹੋਰ ਵੱਧ ਗਏ, ਸਾਰੀ ਉਮਰ ਨੌਕਰੀ ਕੀਤੀ ਹੋਰ ਵੱਧ ਗਏ। ਇੱਕ ਇੱਕ ਪੈਸਾ ਇਕੱਠਾ ਕੀਤਾ ਤੇ ਫਿਰ ਜਾ ਕੇ ਲੱਖਾਂ ਤੇ ਪਹੁੰਚੇ। ਇਸੇ ਤਰ੍ਹਾਂ ਹੀ ਕਰਮ ਹੈ। ਅੱਜ 5 ਕੀਤੇ, ਕੱਲ 5 ਕੀਤੇ, ਪਰਸੋਂ ਫਿਰ 5, 7, 10, 20 ਕਰੇਗਾ। ਰੋਜ਼ ਦੀ ਰੋਜ਼ ਉਹ ਇਕੱਠੇ ਹੁੰਦੇ ਜਾਂਦੇ। ਉਹਨੂੰ ਕਿਹਾ ਜਾਂਦਾ ਸੰਚਿਤ ਕਰਮ, ਇਕੱਠੇ ਕੀਤੇ ਕਰਮ। ਭਾਵੇਂ ਤੂੰ ਉਹ ਪਾਪ ਦੇ ਕੀਤੇ ਨੇ, ਭਾਵੇਂ ਪੁੰਨ ਦੇ ਕੀਤੇ ਨੇ, ਕਿਉਂਕਿ ਪ੍ਰਮਾਤਮਾ ਨੇ ਤੈਨੂੰ ਉਹ ਕਰਮ ਕਰਨ ਦੀ ਆਜ਼ਾਦੀ ਦਿੱਤੀ ਹੈ। ਜਿਵੇਂ ਦੇ ਮਰਜ਼ੀ ਕਰ ਲੈ, ਪਰ ਜਿਵੇਂ ਦੇ ਉਹ ਇਕੱਠੇ ਕਰਦਾ ਪਿਆ। ਫਿਰ ਮਹਾਰਾਜ ਕਹਿਣ ਲੱਗੇ ਅੱਗੇ ਕਰਮ ਆ ਗਿਆ ਪਰਾਰਬਧ ਕਰਮ। ਪਰਾਰਬਧ ਉਹ ਹੁੰਦਾ ਜੋ ਤੂੰ ਛਕਦਾ ਪਿਆ ਨਾ, ਭੋਜਨ, ਦੁੱਖ, ਸੁੱਖ ਜ਼ਿੰਦਗੀ ਵਿੱਚ ਮਾਣਦਾ ਪਿਆ। ਇਹ ਵੀ ਤੇਰੇ ਕਰਮ ਹੀ ਨੇ। ਪਾਤਸ਼ਾਹ ਕਹਿਣ ਲੱਗੇ ਵੀ ਕਰਮਾਂ ਨੂੰ ਭੋਗਦਾ ਪਿਆ ਹੈ। ਸੋ ਮਹਾਰਾਜ ਬਖਸ਼ਿਸ਼ ਕਰਦੇ ਕਹਿਣ ਲੱਗੇ ਭਾਈ ਇਹ ਕਰਮਾਂ ਦਾ ਲੇਖਾ ਜੋਖਾ ਐਵੇਂ ਨਹੀਂ ਨਿਬੜ ਜਾਂਦਾ। ਅਸੀਂ ਕਰਮ ਕਰ ਲੱਗਿਆਂ ਡੇਰੀ ਨਹੀਂ ਲਾਉਂਦੇ, ਕਰਮ ਕਰ ਲੱਗਿਆਂ ਸੋਚਦੇ ਨਹੀਂ, ਪਰ ਜਦੋਂ ਉਸ ਕਰਮ ਦਾ ਫਲ ਮਿਲਦਾ ਹੈ ਉਸ ਵੇਲੇ ਫਿਰ ਅਸੀਂ ਪਛਤਾਤਾਪ ਕਰਦੇ ਹਾਂ ਵੀ ਇਹ ਮੇਰੇ ਕੋਲੋਂ ਕਿਉਂ ਹੋਇਆ, ਇਹ ਮੈਂ ਕਿਉਂ ਕੀਤਾ। ਪਰ ਕਰਮ ਦਾ ਫਲ ਭੋਗੇ ਬਿਨਾ ਟਲਦਾ ਨਹੀਂ, ਭੋਗੇ ਬਿਨਾ ਮੁੜਦਾ ਨਹੀਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਪੁਰਬ ਲਿਖਿਆ ਕਮਾਵਨਾ, ਜੇ ਕਰਤਾ ਆਪ ਲਿਖਿਆਸ। ਜਿਹੜੇ ਕਰਮ ਕਰਤੇ ਅਕਾਲ ਪੁਰਖ ਨੇ ਆਪ ਲਿਖੇ ਨੇ ਤੇਰੇ ਕਰਮਾਂ ਵਿੱਚ, ਉਹਨਾਂ ਨੂੰ ਟਾਲਿਆ ਮੇਟਿਆ ਨਹੀਂ ਹੋ ਜਾਣਾ, ਉਹ ਭੋਗਣੇ ਪੈਂਦੇ ਹਨ। ਮੋਹ ਠਗੌਲੀ ਪਾਇਨ ਵਿਸਰਿਆ ਗੁਣਤਾਸ। ਸਤਿਗੁਰੂ ਬਖਸ਼ਿਸ਼ ਕਰਦੇ ਕਰਮਾਂ ਦੇ ਅਨੁਸਾਰ ਪ੍ਰਮਾਤਮਾ ਫਿਰ ਮਨੁੱਖ ਦੇ ਜੀਵਨ ਦੇ ਵਿੱਚ ਮੋਹ ਰੂਪੀ ਠੱਗ ਬੂਟੀ ਪਾ ਦਿੰਦਾ।
ਆਪਾਂ ਆਮ ਹੀ ਇਹ ਗੱਲ ਕਹਿ ਦਿੰਦੇ ਨਾ, ਫਲਾਣੇ ਕੋਲ ਪਤਾ ਨਹੀਂ ਕਿਹੜੀ ਠੱਗ ਬੂਟੀ ਹੈ, ਉਹ ਸਾਰਿਆਂ ਨੂੰ ਮਗਰ ਲਾ ਕੇ ਬੈਠਾ, ਸਾਰਿਆਂ ਦਾ ਕਹਿਣਾ ਮਨਾਉਂਦਾ ਹੈ, ਸਾਰੇ ਉਹਦੇ ਕਹਿਣੇ ਵਿੱਚ ਚੱਲਦੇ, ਪਤਾ ਨਹੀਂ ਕਿਹੜੀ ਇਹੋ ਜਿਹੀ ਉਹਦੇ ਕੋਲ ਇਹ ਬੂਟੀ ਹੈ ਜਿਹੜੀ ਸੰਘਾ ਦਿੰਦਾ ਹੈ। ਮਹਾਰਾਜ ਕਹਿਣ ਲੱਗੇ ਪ੍ਰਮਾਤਮਾ ਨੇ ਵੀ ਤੇਰੇ ਮਗਰ ਇੱਕ ਬੂਟੀ ਲਾ ਦਿੱਤੀ ਹੈ। ਉਹ ਬੂਟੀ ਕਿਹੜੀ ਹੈ? ਮੋਹ ਦੀ ਬੂਟੀ ਉਹਨੇ ਲਾਈ ਹੋਈ ਹੈ। ਕਦੇ ਤੂੰ ਪੁੱਤਰਾਂ ਪਿੱਛੇ ਦੌੜਿਆ ਜਾਂਦਾ, ਪੋਤਰਿਆਂ ਪਿੱਛੇ ਦੌੜਿਆ ਜਾਂਦਾ, ਕਦੇ ਜੀਵ ਦੇ ਕਿਸੇ ਮੈਂਬਰ ਦੇ ਪਿੱਛੇ ਦੌੜਿਆ ਜਾਂਦਾ। ਇਹ ਵੀ ਤੇਰੇ ਕਰਮਾਂ ਦੀ ਨਿਸ਼ਾਨੀ ਹੈ। ਕਰਮਾਂ ਦੇ ਮੁਤਾਬਕ ਪ੍ਰਮਾਤਮਾ ਨੇ ਤੇਰੇ ਮੋਹ ਮਨ ਵਿੱਚ ਪਾਇਆ, ਮੋਹ ਰੂਪੀ ਬੂਟੀ ਤੈਨੂੰ ਸੰਘਾਈ ਹੈ। ਭਾਵੇਂ ਤੈਨੂੰ ਘਰੋਂ ਕਿੰਨੀਆਂ ਮਰਜ਼ੀ ਝਿੜਕਾਂ ਪੈਂਦੀਆਂ ਨੇ, ਕਿੰਨਾ ਮਰਜ਼ੀ ਅਪਮਾਨ ਹੁੰਦਾ, ਕਿੰਨਾ ਮਰਜ਼ੀ ਨਿਰਾਦਰ ਹੁੰਦਾ, ਤੇਰੀ ਪੁੱਛ ਗਿੱਛ ਕੋਈ ਨਹੀਂ ਹੈ, ਪਰ ਮੋਹ ਦੀ ਬੂਟੀ ਪ੍ਰਮਾਤਮਾ ਨੇ ਇਹੋ ਜਿਹੀ ਲਾ ਛੱਡੀ ਹੈ, ਤੂੰ ਚਾਹੁੰਦਿਆਂ ਹੋਇਆਂ ਵੀ ਉਹਨਾਂ ਨੂੰ ਛੱਡ ਨਹੀਂ ਸਕਦਾ। ਉਨੀ ਨਿਰਾਦਰੀ, ਉਨੀ ਜਿੱਲਤ ਤੈਨੂੰ ਸਹਿਣੀ ਪੈਣੀ ਹੈ, ਕਿਉਂਕਿ ਤੇਰੇ ਕਰਮਾਂ ਵਿੱਚ ਲਿਖੀ ਹੋਈ ਹੈ। ਤੂੰ ਕਰਮ ਹੀ ਇਸ ਤਰ੍ਹਾਂ ਦਾ ਕਰਕੇ ਆਇਆ ਨਾ। ਪਰਿਵਾਰ ਦੇ ਮੈਂਬਰ ਨਿਰਾਦਰੀ ਕਰਦੇ ਨੇ, ਬੇਪਤੀ ਕਰਦੇ ਨੇ, ਝਿੜਕਾਂ ਮਾਰਦੇ ਨੇ, ਦਿਨੇ ਰਾਤ ਪ੍ਰਸ਼ਾਦਾ ਦੇਣ ਲੱਗਿਆ ਮਨ ਤੇ ਤਾਣੇ ਤੇ ਮਿਹਣੇ ਦਿੰਦੇ, ਪਰ ਤੂੰ ਸੁਣਦਾ ਪਿਆ। ਕਿਉਂ ਸੁਣਦਾ ਪਿਆ? ਤੇਰੇ ਮੂੰਹ ਵਿੱਚੋਂ ਇਹ ਗੱਲ ਨਿਕਲਦੀ ਹੈ, ਮੈਂ ਛੱਡ ਕੇ ਤੇ ਚਲੇ ਜਾਵਾਂ, ਪਰ ਮੇਰਾ ਪੁੱਤਰੇ ਬਿਨਾ ਜੀ ਨਹੀਂ ਲੱਗੇਗਾ, ਪੜਪੋਤਰੇ ਬਿਨਾ ਜੀ ਨਹੀਂ ਲੱਗੇਗਾ, ਜਾਂ ਇਹ ਮੇਰੇ ਬਿਨਾ ਜੀ ਨਹੀਂ ਲਾਵੇਗਾ, ਮੈਂ ਤੇ ਇਹਦੇ ਕਰਕੇ ਬੈਠਾ ਹੋਇਆ ਹਾਂ। ਤੇ ਉਹ ਕਰਮਾਂ ਦਾ ਫਲ ਪ੍ਰਮਾਤਮਾ ਭੋਗਾਉਂਦਾ ਪਿਆ। ਮੋਹ ਨਾਲ ਲਾ ਦਿੱਤਾ ਵੀ ਤੂੰ ਜਾ ਵੀ ਨਾ ਸਕੇ ਔਰ ਤੈਨੂੰ ਭੋਗਣਾ ਵੀ ਪਵੇ। ਇਹ ਹੈ ਪ੍ਰਮਾਤਮਾ ਦੀ ਕਰਾਮਾਤ। ਉਹ ਭੋਗਾਉਂਦਾ ਹੈ, ਕੀਤੇ ਹੋਏ ਕਰਮਾਂ ਨੂੰ ਭੋਗਣਾ ਪੈਂਦਾ। ਕਿਸੇ ਨੂੰ ਕਾਮ ਦੀ ਬਿਰਤੀ ਦੇ ਦਿੱਤੀ ਹੈ, ਕਾਮ ਰੂਪੀ ਬੂਟੀ ਲਾ ਦਿੱਤੀ ਹੈ ਕਿ ਉਹ ਕਾਮਨਾ ਦੇ ਵਸ ਵਿੱਚ ਹੋਇਆ, ਗਧੇ ਵਾਂਗ ਸਾਰੀ ਉਮਰ ਪਾਣੀ ਭਰਦਾ ਰਹਿੰਦਾ, ਪਰ ਛੱਡ ਕੇ ਨਹੀਂ ਜਾ ਸਕਦਾ। ਕਿਉਂ? ਕਿਉਂਕਿ ਕਾਮ ਰੂਪੀ ਬੂਟੀ ਨੇ ਉਹਨੂੰ ਮੋਹਿਆ ਹੋਇਆ ਹੈ, ਉਹ ਉਸ ਨੂੰ ਦੂਰ ਨਹੀਂ ਜਾਣ ਦਿੰਦਾ। ਕਿਸੇ ਨੂੰ ਲੋਭ ਰੂਪੀ ਬੂਟੀ ਪ੍ਰਮਾਤਮਾ ਨੇ ਲਾਈ ਹੋਈ ਹੈ। ਆਪਾਂ ਆਮ ਹੀ ਇਹ ਬਚਨ ਜ਼ਿੰਦਗੀ ਵਿੱਚ ਕਹਿ ਦਿੰਦੇ, ਫਲਾਣੇ ਨੇ ਤੇ ਬੂਟੀ ਸੰਘਾ ਦਿੱਤੀ ਹੈ। ਇਹ ਪ੍ਰਮਾਤਮਾ ਨੇ ਲੋਭ ਦੀ ਬੂਟੀ ਲਾ ਦਿੱਤੀ ਹੈ, ਲੋਭ ਇਹੋ ਜਿਹਾ ਪਾ ਦਿੱਤਾ। ਮਨੁੱਖ ਜਾਣਦਾ ਵੀ ਪਿਆ ਹੈ ਵੀ ਆਹ ਕਰਮ ਪਾਪ ਰੂਪ ਹੈ, ਆਹ ਕਰਮ ਨਹੀਂ ਕਰਨਾ ਚਾਹੀਦਾ। ਅਸੀਂ ਰੋਜ਼ ਦੀਵਾਨਾਂ ਵਿੱਚ ਕਥਾ ਤੇ ਕੀਰਤਨ ਸਰਵਣ ਕਰਦੇ, ਸਾਨੂੰ ਇਹ ਪਤਾ ਹੈ ਵੀ ਲੋਭ ਵਿੱਚ ਕੀਤਾ ਹੋਇਆ ਕਰਮ ਪਾਪ ਹੈ, ਪਰ ਫਿਰ ਵੀ ਮਨੁੱਖ ਕਰਦਾ ਪਿਆ, ਕਿਉਂਕਿ ਉਹਦੇ ਮਨ ਵਿੱਚ ਪ੍ਰਮਾਤਮਾ ਨੇ ਲੋਭ ਦੀ ਬੂਟੀ ਲਾ ਛੱਡੀ ਹੈ। ਲੋਭ ਉਸ ਨੂੰ ਛੱਡਣ ਨਹੀਂ ਦਿੰਦਾ। ਕਿਸੇ ਨੂੰ ਕ੍ਰੋਧ ਲਾਇਆ ਹੈ, ਕਿਸੇ ਨੂੰ ਹੰਕਾਰ ਲਾਇਆ ਹੈ। ਮਹਾਰਾਜ ਕਹਿਣ ਲੱਗੇ ਮੋਹ ਠਗੌਲੀ ਪਾਈਨ। ਪ੍ਰਮਾਤਮਾ ਇਹੋ ਜਿਹਾ ਹੈ, ਤੇਰੇ ਕੀਤੇ ਕਰਮਾਂ ਦੇ ਅਨੁਸਾਰ ਇਹ ਬੂਟੀਆਂ ਵੱਖ-ਵੱਖ ਲਾ ਦਿੱਤੀਆਂ। ਕਿਸੇ ਨੂੰ ਮੋਹ ਨੂੰ, ਕਿਸੇ ਨੂੰ ਕਾਮ ਦੀ, ਕਿਸੇ ਨੂੰ ਕ੍ਰੋਧ ਦੀ, ਕਿਸੇ ਨੂੰ ਲੋਭ ਤੇ ਮੋਹ ਦੀ। ਉਹਨਾਂ ਬੂਟੀਆਂ ਦਾ ਸੁੰਘਾਇਆ ਹੋਇਆ, ਬੱਧਾ ਹੋਇਆ ਜੀਵ ਵਾਰ-ਵਾਰ ਨਿਰਾਦਰੀ ਕਰਾਉਂਦਾ, ਵਾਰ-ਵਾਰ ਅਪਮਾਨਿਤ ਹੁੰਦਾ, ਵਾਰ-ਵਾਰ ਦੁੱਖਾਂ ਨੂੰ ਭੋਗਦਾ। ਐਸੀ ਇਹਦੀ ਹਾਲਤ ਹੁੰਦੀ ਹੈ। ਇਹ ਇਹਦੇ ਕਰਮਾਂ ਦੀ ਨਿਸ਼ਾਨੀ ਹੈ ਭਾਈ, ਆਪਣੇ ਕੀਤੇ ਕਰਮਾਂ ਨੂੰ ਭੋਗਦਾ ਹੈ। ਵਿਸਰਿਆ ਗੁਣਤਾਸ। ਪਰਮਾਤਮਾ ਵਿਸਰਿਆ ਹੀ ਰਹਿੰਦਾ, ਪਰਮਾਤਮਾ ਭੁੱਲਿਆ ਹੀ ਰਹਿੰਦਾ। ਪਰਮਾਤਮਾ ਹੈ ਗੁਨਾਹ ਦਾ ਮਾਲਕ ਹੈ, ਪਰਮਾਤਮਾ ਗੁਨਾਹ ਦਾ ਖਜ਼ਾਨਾ, ਪਰ ਉਹ ਭੁੱਲਿਆ ਰਹਿੰਦਾ, ਇਹਨੂੰ ਕਦੇ ਚੇਤੇ ਆਉਂਦਾ ਹੀ ਨਹੀਂ। ਦੁੱਖ ਤੇ ਬੜਾ ਪਿਆ, ਮੁਸੀਬਤ ਤੇ ਬੜੀ ਪਈ ਹੈ, ਭੱਜਦਾ ਤੇ ਬੜਾ ਉਹਦੇ ਤੋਂ ਬਚਣ ਵਾਸਤੇ ਵੀ ਦੁੱਖ ਮੁਸੀਬਤ ਤੋਂ ਭੱਜਾਂ, ਪਰ ਕਹਿਣ ਲੱਗੇ ਰੱਬ ਦਾ ਨਾਮ ਨਹੀਂ ਇਹਨੂੰ ਚੇਤੇ ਆਉਂਦਾ, ਕਿਉਂਕਿ ਇਹਨੂੰ ਭੁੱਲਿਆ ਹੋਇਆ। ਇਹਨੂੰ ਇਹ ਗੱਲ ਭੁੱਲ ਗਈ, ਜਿਹਨੇ ਕਰਮ ਲਿਖਿਆ ਮੇਟ ਉਹੀ ਸਕਦਾ ਹੈ, ਪਰ ਜਿਹਨੇ ਲਿਖਿਆ ਉਹਨੂੰ ਭੁੱਲ ਕੇ ਥੱਲੇ ਵਾਲਿਆਂ ਦੀਆਂ ਮਿੰਨਤਾਂ ਕਰਦਾ ਪਿਆ, ਥੱਲੇ ਵਾਲਿਆਂ ਨੂੰ ਮਨਾਉਂਦਾ ਪਿਆ। ਕਦੇ ਮੜੀ ਤੇ ਚਲਾ ਗਿਆ, ਮਸਾਨ ਤੇ ਚਲਾ ਗਿਆ, ਜਠੇਰਿਆਂ ਕੋਲ ਚਲਾ ਗਿਆ, ਕਬਰਾਂ ਨੂੰ ਮੰਨਦਾ ਪਿਆ। ਮਿੰਨਤਾਂ ਥੱਲੇ ਵਾਲੇ ਦੀਆਂ ਕਰਦਾ ਹੈ, ਕਰਮ ਉੱਪਰ ਵਾਲੇ ਨੇ ਲਿਖਿਆ ਹੈ। ਉੱਪਰ ਵਾਲੇ ਦੇ ਲਿਖੇ ਕਰਮ ਨੂੰ ਉੱਪਰ ਵਾਲਾ ਹੀ ਮੇਟ ਸਕਦਾ ਹੈ। ਇਹ ਥੱਲੇ ਵਾਲੇ ਜੀਵ ਉਹਦੀ ਬਰਾਬਰੀ ਨਹੀਂ ਕਰ ਸਕਦੇ। ਇਹ ਥੱਲੇ ਵਾਲੇ ਤੇ ਆਪ ਕਰਮਾਂ ਨੂੰ ਭੋਗਦੇ ਪਏ। ਜਿਹੜਾ ਆਪ ਭੋਗਦਾ ਪਿਆ ਉਹ ਤੇਰਾ ਬਚਾ ਕਿੱਥੋਂ ਕਰੇਗਾ? ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਵੀ ਪਰਮਾਤਮਾ ਦੀ ਇੱਕ ਰਜਾ ਹੀ ਹੈ ਕਿ ਦੁੱਖ ਵਿੱਚ ਲਾ ਕੇ ਦੁੱਖ ਨੂੰ ਭਗਾਉਂਦਾ ਵੀ ਪਿਆ, ਜੀਵ ਭੋਗਦਾ ਵੀ ਪਿਆ, ਪਰ ਫਿਰ ਵੀ ਇਹ ਜੀਵ ਉਹਨੂੰ ਨਹੀਂ ਜਪਦਾ ਜਿਹਨੇ ਕਰਮਾਂ ਨੂੰ ਮਿਟਣਾ ਹੈ। ਐਸੀ ਇਹਦੀ ਹਾਲਤ ਬਣ ਜਾਂਦੀ ਹੈ। ਮਤ ਜਾਣੋ ਜਗ ਜੀਵਦਾ। ਇਹ ਮਤਾ ਜਾਣੋ ਵੀ ਦੁਨੀਆ ਜਿਉਂਦੀ ਪਈ ਆ। ਆਪਾਂ ਨੂੰ ਬੜੇ ਸੋਹਣੇ ਲੋਕਾਂ ਦੇ ਬਣੇ ਘਰ ਲੱਗਦੇ ਵੀ ਆਹ ਘਰ ਦਾ ਡਿਜ਼ਾਈਨ ਬੜਾ ਸੋਹਣਾ ਹੈ, ਇਹ ਘਰ ਅੰਦਰੋਂ ਬੜਾ ਸੋਹਣਾ ਬਣਿਆ, ਬਾਹਰੋਂ ਬੜਾ ਸੋਹਣਾ ਬਣਿਆ, ਆਹ ਵਿਅਕਤੀ ਕੋਲ ਗੱਡੀ ਬੜੀ ਸੋਹਣੀ ਹੈ, ਆਹ ਵਿਅਕਤੀ ਨੇ ਕੱਪੜਾ ਬੜਾ ਸੋਹਣਾ ਪਾਇਆ, ਇਹਦੇ ਪਰਿਵਾਰ ਦੇ ਮੈਂਬਰ ਬੜੇ ਜ਼ਿਆਦੇ ਇਹਦੇ ਕੋਲ ਬੈਠੇ ਹੋਏ, ਇਹ ਤੇ ਭਾਈ ਜ਼ਿੰਦਗੀ ਜਿਉਂਦਾ ਪਿਆ, ਇਹ ਤੇ ਬੜੇ ਆਨੰਦ ਲੈਂਦਾ ਪਿਆ। ਮਹਾਰਾਜ ਕਹਿਣ ਲੱਗੇ ਮਤਾ ਇਹ ਗੱਲ ਜਾਣ ਲਓ
ਵੀ ਇਹ ਸੰਸਾਰ ਜਿਉਂਦਾ ਹੈ, ਇਹ ਜਿਉਂਦਾ ਕੋਈ ਨਹੀਂ ਹੈ। ਦੂਜੈ ਭੈ ਮੁਆਸ, ਇਹ ਦਵੈਤ ਵਿੱਚ ਲੱਗ ਕੇ ਤੇ ਮਰਿਆ ਹੋਇਆ ਹੀ ਹੈ। ਦਵੈਤ ਲੱਗੀ ਹੈ ਨਾ, ਕਿਸੇ ਨੂੰ ਈਰਖਾ ਲੱਗੀ ਹੋਈ ਹੈ, ਕੋਈ ਈਰਖਾ ਵਿੱਚ ਵੇਖਣ ਨੂੰ ਲੱਗਦਾ ਵੀ ਮੇਰੇ ਕੋਲ ਬੈਠਾ, ਵੇਖਣ ਨੂੰ ਲੱਗਦਾ ਵੀ ਮੇਰੇ ਨਾਲ ਬੜੀਆਂ ਗੱਲਾਂ ਤੇ ਮੋਹ ਦੀਆਂ ਕਰਦਾ ਪਿਆ ਹੈ, ਪਰ ਅੰਦਰ ਉਹਦੀ ਈਰਖਾ ਦੀ ਅੱਗ ਬਲਦੀ ਪਈ ਹੈ ਵੀ ਇਹਨੂੰ ਇਹ ਸਾਰਾ ਕੁਝ ਕਿਉਂ ਮਿਲਿਆ ਹੋਇਆ, ਮੈਨੂੰ ਕਿਉਂ ਨਹੀਂ ਮਿਲਿਆ ਹੋਇਆ। ਉੱਪਰੋਂ ਤੇ ਹੱਸ ਕੇ ਵਿਖਾਉਂਦਾ ਹੈ, ਖੁਸ਼ੀ ਵਿੱਚ ਸ਼ਾਮਲ ਹੁੰਦਾ ਪਿਆ, ਪਰ ਅੰਦਰੋਂ ਰੋਂਦਾ ਪਿਆ ਵੀ ਇਹਨੂੰ ਕਿਉਂ ਮਿਲਿਆ ਹੈ, ਇਹ ਦੁਖੀ ਕਿਉਂ ਨਹੀਂ ਹੁੰਦਾ, ਕਦੇ ਦੁੱਖ ਵਾਲੀ ਗੱਲ ਕਿਉਂ ਨਹੀਂ ਦੱਸਦਾ। ਮਹਾਰਾਜ ਕਹਿਣ ਲੱਗੇ ਭਾਈ ਬਚਨ ਇਹ ਹੈ ਕਿ ਇਹ ਮਤਾਂ ਅਸੀਂ ਜਾਣੀਏ ਵੀ ਸਾਰੀ ਦੁਨੀਆ ਬੜੀ ਸੋਹਣੀ ਹੈ, ਬੜੀ ਚੰਗੀ ਹੈ, ਬੜਾ ਚੰਗਾ ਜੀਵਨ ਜਿਉਂਦੀ ਪਈ ਹੈ। ਅਸਲ ਦੇ ਵਿੱਚ ਇਹ ਦਵੈਤ ਵਿੱਚ ਲੱਗ ਕੇ ਇਹ ਜਿਹੜੀ ਦੁਨੀਆ ਮਰੀ ਹੋਈ ਹੈ, ਆਤਮਿਕ ਜੀਵਨ ਇਹਦੇ ਕੋਲ ਨਹੀਂ ਹੈ। ਅਸਲੀ ਜੀਵਨ ਜਿਹੜਾ ਹੋਣਾ ਚਾਹੀਦਾ ਉਹ ਨਹੀਂ ਹੈ। ਅਸਲੀ ਜੀਵਨ ਤੋਂ, ਗੁਰਮੁਖਾਂ ਵਾਲੇ ਜੀਵਨ ਤੋਂ ਇਹ ਜੀਵ ਮਰਿਆ ਹੋਇਆ ਹੈ। ਜਿਨ ਗੁਰਮੁਖ ਨਾਮ ਨਾ ਚੇਤਿਓ, ਸੇ ਬਹਿਣ ਨਾ ਮਿਲਣੀ ਪਾਸ। ਭਾਈ ਜਿਨ੍ਹਾਂ ਨੇ ਗੁਰਾਂ ਦੁਆਰਾ ਪਰਮਾਤਮਾ ਦੇ ਨਾਮ ਨੂੰ ਚੇਤੇ ਨਹੀਂ ਕੀਤਾ, ਪਹਿਲੀ ਤੇ ਗੱਲ ਗੁਰੂ ਕੋਲ ਹੀ ਨਹੀਂ ਆਏ। ਜੇ ਗੁਰੂ ਕੋਲ ਆਏ ਤੇ ਗੁਰੂ ਦਾ ਬਚਨ ਨਹੀਂ ਮੰਨਿਆ। ਐਸੇ ਵੀ ਹੁੰਦੇ ਨਾ ਸੰਸਾਰ ਦੇ ਵਿੱਚ, ਪਹਿਲੀ ਗੱਲ ਤੇ ਗੁਰੂ ਕੋਲ ਹੀ ਨਹੀਂ ਆਉਣਾ, ਜੇ ਆ ਗਏ ਫਿਰ ਗੁਰੂ ਦਾ ਬਚਨ ਨਹੀਂ ਮੰਨਣਾ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਸੇਵਕ ਸਿੱਖ ਪੂਜਨ ਸਭ ਆਵੈ, ਸਭ ਗਾਵੈ ਹਰ ਹਰ ਊਤਮ ਬਾਣੀ। ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ 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 ਕਰ ਮਨ। ਗੁਰਮੁਖੋ ਆਉਂਦੇ ਤੇ ਬੜੇ ਗੁਰੂ ਦੇ ਕੋਲ, ਸੀਸ ਵੀ ਝੁਕਾਉਂਦੇ ਆ, ਮੱਥਾ ਵੀ ਟੇਕਦੇ, ਪਰ ਗੁਰੂ ਦਾ ਕਹਿਣਾ ਨਹੀਂ ਮੰਨਦੇ। ਗੁਰੂ ਨੂੰ ਮੰਨਣਾ ਤੇ ਗੁਰੂ ਦੀ ਮੰਨਣਾ ਬੜਾ ਫਰਕ ਹੈ। ਗੁਰੂ ਨੂੰ ਮੰਨਣਾ ਇਹ ਆ ਵੀ ਮੱਥਾ ਟੇਕ ਲਿਆ, ਪਰਿਕਰਮਾ ਕਰ ਲਈ, ਬੈਠ ਗਿਆ, ਗੁਰੂ ਨੂੰ ਮਨਾ ਲਿਆ, ਪਰ ਗੁਰੂ ਦੀ ਕਹੀ ਹੋਈ ਗੱਲ ਮੰਨਣੀ, ਇਹਦੇ ਵਿੱਚ ਬੜਾ ਅੰਤਰ ਹੈ। ਕਹੀ ਹੋਈ ਗੱਲ ਨਹੀਂ ਮੰਨੀ ਜਾਂਦੀ ਹੈ। ਮਹਾਰਾਜ ਕਹਿਣ ਲੱਗੇ ਸੇਵਕ ਸਿੱਖ, ਸੇਵਕ ਵੀ ਆਉਂਦੇ ਨੇ, ਸਿੱਖਿਆ ਲੈਣ ਵਾਲੇ ਵੀ ਆਉਂਦੇ। ਪੂਜਨ ਸਭ ਆਵੈ, ਗੁਰੂ ਦੀ ਪੂਜਾ ਕਰਦਾ, ਕੋਈ ਫੁੱਲ ਲੈ ਕੇ ਆਉਂਦਾ ਹੈ, ਕੋਈ ਪ੍ਰਸ਼ਾਦ ਲੈ ਕੇ ਆਉਂਦਾ ਹੈ, ਕੋਈ ਹੋਰ ਸੁਗੰਧੀ ਵਾਲੀਆਂ ਚੀਜ਼ਾਂ ਲੈ ਕੇ ਆਉਂਦਾ, ਕੋਈ ਆਰਤੀ ਉਤਾਰਦਾ ਪਿਆ। ਪੂਜਨ ਸਭ ਆਵੈ, ਸਭ ਗਾਵੈ ਹਰ ਹਰ ਊਤਮ ਬਾਣੀ। ਉਤਮ ਉਤਮ ਸ਼ਲੋਕ ਪੜ੍ਹੇ ਜਾਂਦੇ, ਮੰਤਰ ਪੜ੍ਹੇ ਜਾਂਦੇ, ਬੜੀ ਜੈ ਜੈਕਾਰ ਕੀਤੀ ਜਾਂਦੀ ਹੈ। ਪਰ ਮਹਾਰਾਜ ਕਹਿਣ ਲੱਗੇ ਗਾਵਿਆ ਸੁਣਿਆ, ਉਹਦਾ ਗਾਇਆ ਹੋਇਆ, ਉਹਦਾ ਸੁਣਿਆ ਹੋਇਆ ਹਰ ਥਾਏ ਪਾਵੈ। ਪਰਮਾਤਮਾ ਥਾਂ ਉਹਦਾ ਪਾਉਂਦਾ ਹੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਜਿਸ ਨੇ ਗੁਰੂ ਦੀ ਆਗਿਆ ਨੂੰ ਮੰਨਿਆ, ਗਾਵਿਆ ਤੇ ਸੁਣਿਆ, ਉਹਦਾ ਥਾਂ ਪੈ ਗਿਆ। ਜਿਹਨੇ ਗਾ ਵੀ ਲਿਆ, ਸੁਣ ਵੀ ਲਿਆ, ਪਰ ਗੁਰੂ ਦੇ ਬਚਨ ਨੂੰ ਮੰਨਿਆ ਹੀ ਨਾ, ਫਿਰ ਥਾਂ ਤੇ ਨਹੀਂ ਨਾ ਪਿਆ। ਆਪਾਂ ਬਚਨ ਪੜ੍ਹਦੇ ਹਾਂ ਨਾ, ਭਾਈ ਸੱਤਾ ਤੇ ਬਲਵੰਡਾ ਮਹਾਰਾਜ ਦੇ ਰਾਗੀ ਸਨ, ਮਰਾਸੀ ਸਨ, ਦੋਨੇ ਭਰਾ, ਤੇ ਗੁਰੂ ਪਾਤਸ਼ਾਹ ਦੇ ਦਰਬਾਰ ਵਿੱਚ ਕੀਰਤਨ ਕਰਦੇ। ਹੁਣ ਗਾਉਂਦੇ ਤੇ ਪਏ ਨੇ, ਗੁਰਬਾਣੀ ਸੁਣਾਉਂਦੇ ਤੇ ਜ਼ਰੂਰ ਨੇ, ਆਸਾ ਦੀ ਵਾਰ ਲਾਉਂਦੇ, ਹੋਰ ਗੁਰਬਾਣੀ ਦੇ ਸ਼ਬਦ ਪੜ੍ਹਦੇ, ਗਾਉਂਦੇ ਤੇ ਪਏ ਗੁਰਮੁਖੋ, ਪਰ ਗੁਰੂ ਦਾ ਬਚਨ ਨਹੀਂ ਇਹਨਾਂ ਨੇ ਮੰਨਿਆ, ਸਤ ਬਚਨ ਨਹੀਂ ਆਖਿਆ। ਇੱਕ ਦਿਨ ਮਹਾਰਾਜ ਦੇ ਕੋਲ ਆ ਗਿਆ, ਕਹਿਣ ਲੱਗੇ ਮਹਾਰਾਜ ਭੈਣ ਦਾ ਵਿਆਹ ਰੱਖਿਆ, ਆਪ ਜੀ ਸਾਡੀ ਮਦਦ ਕਰ ਦਿਓ। ਤੇ ਸਤਿਗੁਰੂ ਕਹਿਣ ਲੱਗੇ ਮੰਗੋ ਕੀ ਚਾਹੀਦਾ ਭਾਈ। ਜਿਹੜੇ ਸਤਿਗੁਰੂ ਨੰਗੇ ਪੈਰੀ ਲੈਣ ਜਾ ਸਕਦੇ, ਉਹ ਮੂੰਹ ਮੰਗੀ ਦਾਤ ਕਿਉਂ ਨਹੀਂ ਦੇਣਗੇ? ਜ਼ਰੂਰ ਦੇਣਗੇ, ਇੰਨਾ ਸਤਿਕਾਰ ਕਰਦੇ ਮਹਾਰਾਜ। ਸਤਿਗੁਰੂ ਕਹਿੰਦੇ ਮੰਗੋ ਚਾਹੀਦਾ ਕੀ ਹੈ। ਹੁਣ ਕਈ ਵਾਰੀ ਬੰਦਾ ਨਾ ਚਲਾਕ ਬਣਦਾ, ਰੱਬ ਦੇ ਸਾਹਮਣੇ ਵੀ ਅਸੀਂ ਚਲਾਕ ਬਣ ਜਾਂਦੇ, ਰੱਬ ਦੇ ਸਾਹਮਣੇ ਵੀ ਅਸੀਂ ਹੀਰਾ ਫੇਰੀ ਕਰਦੇ, ਪਰਮਾਤਮਾ ਨੂੰ ਵੀ ਅਸੀਂ ਚਾਹੁੰਦੇ ਹਾਂ ਵੀ ਰੱਬ ਤੇ ਕੁਝ ਵੀ ਨਹੀਂ, ਮੇਰੇ ਜਿੰਨੀ ਚਲਾਕੀ ਕਿਹਦੇ ਵਿੱਚ, ਮੈਂ ਤੇ ਬੜਾ ਸਿਆਣਾ। ਹੁਣ ਇਹਨਾਂ ਮਨ ਵਿੱਚ ਸੋਚਿਆ, ਦੋਨਾਂ ਭਰਾਵਾਂ ਨੇ, ਮਰਾਸੀ ਬੜੇ ਚਲਾਕ ਨੇ, ਵੀ ਜੇ ਮਹਾਰਾਜ ਨੂੰ ਆਖਿਆ ਵੀ ਮਹਾਰਾਜ ਇੰਨੇ 1000 ਰੁਪਈਆ ਦੇ ਦਿਓ, ਤੇ ਸਾਰੇ ਸਿੱਖਾਂ ਨੇ ਹੱਸ ਪੈਣਾ ਵੀ ਨੌਕਰੀ ਤੇ ਤੁਸੀਂ ਕਰਦੇ ਹੋ ਕੁਝ ਪੈਸਿਆਂ ਦੀ, ਇੰਨੇ 1000 ਜਾਂ ਇੰਨੇ 100 ਕਿਵੇਂ ਮੰਗਦੇ ਪਏ। ਆਪਾਂ ਮੰਗਦੇ ਚੰਗੇ ਨਹੀਂ ਲੱਗਦੇ। ਆਪਾਂ ਕੀ ਕਰੀਏ, ਮਹਾਰਾਜ ਨੂੰ ਇਹ ਗੱਲ ਕਹੀਏ ਵੀ ਇੱਕ ਦਿਨ ਦਾ ਚੜਾਵਾ ਜਿੰਨਾ ਤੁਹਾਡੇ ਅੱਗੇ ਮੱਥਾ ਟਿਕੇ ਸੰਗਤ ਵੱਲੋਂ ਸਾਰਾ ਹੀ ਸਾਨੂੰ ਦੇ ਦੇ। ਹੁਣ ਗੁਰਮੁਖੋ ਜਿਹੜਾ ਮੱਥਾ ਟਿਕਦਾ ਮਹਾਰਾਜ ਦੇ ਅੱਗੇ, ਉਹਦੀ ਗਿਣਤੀ ਮਿੰਤੀ ਥੋੜੀ ਹੁੰਦੀ ਹੈ, ਵੱਧ ਵੀ ਹੋ ਸਕਦਾ, ਘੱਟ ਵੀ ਹੋ ਸਕਦਾ। ਮਾਇਆ ਦੀ ਗਿਣਤੀ ਕੋਈ ਨਹੀਂ ਹੈ, ਇਹ ਬੇਅੰਤ ਮਾਇਆ ਗੁਰੂ ਘਰ ਵਿੱਚ ਆਉਂਦੀ ਹੈ। ਭਾਵੇਂ ਕਿ ਬਥੇਰੇ ਅਸੀਂ ਬਈ ਖਾਤੇ ਲਾਏ ਹੋਏ, ਬੜਾ ਕੁਝ ਕਰੀਦਾ, ਲਿਖਣ ਲਿਖਾਉਣ ਦਾ ਹਿਸਾਬ ਕਿਤਾਬ, ਪਰ ਗੁਰੂ ਦੀ ਮਾਇਆ ਕਿੰਨੀ ਆਉਣੀ ਕਿੰਨੀ ਖਰਚੀ, ਇਹਦਾ ਕੋਈ ਅੰਤ ਪਤਾ ਨਹੀਂ ਹੁੰਦਾ। ਸਤਿਗੁਰੂ ਪਾਤਸ਼ਾਹ ਸੁਣ ਕੇ ਬਚਨ ਹੱਸ ਪੈ, ਕਹਿਣ ਲੱਗੇ ਭਾਈ ਸੱਤਾ ਜੀ, ਬਲਵੰਡਾ ਜੀ, ਇਹ ਤੇ ਕੋਈ ਗੱਲ ਬਣਦੀ ਜੀ ਨਹੀਂ ਹੈ ਵੀ ਇੱਕ ਦਿਨ ਦਾ ਚੜਾਵਾ ਕੀ ਪਤਾ ਕਿੰਨਾ ਹੋਵੇ।
नहीं महाराज दिवाली वाले दिन का इन्होंने वड्डा दिन ही चुन लिया भी दिवाली वाले दिन संगत बड़ी आवेगी जां विसाखी वाले दिन संगत बड़ी आवेगी। महाराज उस दिन का सानू दिता जाए। सतगुरु कहन लगे मंग के लो किन्ने चाहिए जिन्ने कहोगे दिंदे। नहीं महाराज इस तरह नहीं है। पता यह है भी लै भी लईए और गिणती मिनती का पता ना लगे। जो तीजी बारी आख्या ना महाराज नहीं गिण के नहीं एक दिन का पूरा ही सानू दे दिओ। सतगुरु मन गए कहन लगे ठीक है भाई किहड़ा दिन चाहिए फलाना दिन चाहिए जी मान लो दिवाली का जां विसाखी का कोई त्यौहार वाला दिन ही मंगया भी उदन संगत ज़्यादा आवेगी तो ज़्यादा माया आवे। हुण कर्मां तो बिना जां चलाकी दे नाल गुरु दे कोलों की लै सकदा। जिस दिन वो दिन आया जिस दिन इन्होंने लखिया सी भी अज सानू माया मिलनी है कहन लगे कुदरती तौर पर बहुत ज़्यादा मीह पै गया कच्चे राह सन उदों तो कच्चे घर राहां 'च पानी भर गया तो घर विचारे लोगों के चोन लग पै मुसीबत गल विच पै गई। संगत गुरुद्वारे साहब मत्था टेकनी ना आई कोई 5 10 20 25 आए होणगे तो वह कुछ कह नहीं सकते पर जिन्नी ये उम्मीद ला के बैठे सन भी हज़ारां की गिनती में लोग आउणगे इन्नी माया तो फिर असीं अमीर होवांगे वो गल ना बनी। दीवान की समाप्ति हुई महाराज ने सिख नूं इशारा किया जिन्नी माया इकट्ठी हुई है ये सारी इन्हां भाई सत्ते ते बलवंडे नूं दे दिओ। जदों सिख ने माया इकट्ठी करके दिती तो इन्हां दा पारा चढ़ गया तां मत्थे ते पै गया वट आ गया गुस्सा। पहलां ते महाराज महाराज करते सन मत्थे टेकते सन पर अज वो भाषा ही बदल गई वो लिहाजा ही सारा बदल गया लहजा बदल गया होर बोली हो गई होर गल्लां बातां हो गई। महाराज नाल झगड़ा करके चले गए। अगला दिन चढ़िया इन्हां दे मन में यह है भी साडा महाराज दा साडे बिना सरना नहीं। साडे मन में भी कई बार यह आ जाता है भी मैनू आ चीज़ नहीं मिली मैं तो हुण मत्था टेकन नहीं जावां। साडे मन च यह हुंदा भी मैं मत्था ना टेकिया तो महाराज दे कोल ते संगत जानी नहीं मेरे करके ही संगत जाती है। असीं भी कई बार ये सोचते साडा वैर किसी बंदे नाल हुंदा पर कढ़दे असीं गुरु घर तो हाँ गुरु दे नाल वैर कढ़दे मैं नहीं जावांगा मैं नहीं आ काम करांगा। बंदा माड़ा हो सकता कोई साडे वर्गा पर गुरु तो माड़ा नहीं है ना गुरु तो समर्थ है भाई इत्थे ते दातां मिलदियां साडे वर्गियां तो गलती हो जावे असीं ते इंसान हाँ साडे करके आउणा बंद कर देना ये माड़ी गल है। नहीं आए महाराज ने बुलाया सिख भेजे नहीं आए फिर आप ही चले गए। महाराज कहते भाई तुसीं आए नहीं ये तो रात के गुस्से दे नाल भरे पै सन भी महाराज किते आउण ते सही फिर असीं ताना मिहणा देवांगे। सतगुरु दरवाजा अंदर वड़े इन्हां दे घर दा इन्हां ने फिर गुरमुखो वो मिहणे दिते महाराज नूं वो ताने मारे वो माड़े शब्द इन्हां ने कहे जिहड़े कह जुबान तो कह नहीं जा सकते। पहलां तो गुरु अर्जन देव पातशाह नूं माड़े बचनां दे नाल इन्हां ने संबोधन किया। सतगुरु शांति दी मूर्त महाराज चुप करके सुनते रहे पर फिर बंदे दा सुभाव वध जांदा ना मूँह वध जांदा जुबान अगे होर वध जांदी है। करदियां करदियां फिर इन्होंने गुरु नानक साहब नूं माड़ा आख्या कहन लगे जे साडी जात दा मरासी मरदाना जी नाना हुंदे तो गुरु नानक देव नूं किसी ने पुछना नहीं सी साडे करके तुहाडी इज्जत है पर तुसी साडा मुੱਲ नहीं पाउंदे। इस तरह के गुरमुखो पता नहीं किन्ने को बचन आखे तो सतगुरां ने फिर आख्या कहन लगे हो मरासीओ तुसी फिड़क गए हो तुहानूं फिट वज गई है तुहानूं ये माया ने भरमा लिया है। तुसी वड्डे सतगुरां दी ये कीती है नरादरी वाले बचन कीते सानू जो मर्जी कह लेंदे असीं ते झल्लण नूं तैयार सी पर वड्डियां दी नरादरी असीं नहीं सह सकदे। तुसी फिटक गए हो अते कोई भी साडा सिख तुहानूं मूँह नहीं लाएगा। इत्थों तक जे तुहानूं कोई बख्शाउण भी आएगा ना तो महाराज कहंदे असीं उहदा मूँह काला कर देंगे खोते ते बिठा के गधे ते बिठा के उहदा गेड़ा कढ़ांगे शहर दे विच जिहड़ा तुहानूं बख्शाउण भी आवे। हुण इन्ना वड्डा बचन महाराज दे मुखों निकलिया संगतां डर गईयां। हुण किहड़ा जिहड़ा इन्हां नूं बख्शावे जिहड़े कीर्तन दे 4 प्रोग्राम आउंदे सन बंद हो गए क्योंकि महाराज ने आख्या ना भी कोई संगत इन्हां नूं मूँह ना लावे भाई ये गुरु नानक पातशाह दी नरादरी करन वाले। तो कुछ समय बाद फिर शरीर ते कोड़ होना शुरू हो गया। महाराज दे बचन सन फिटक गए इन्हां नूं फिट वज गई है तो उस शरीर ते कोड़ होना शुरू हो गया सारा शरीर कोड़ी हो गया दोनों भरावां दा। जिहड़ी माया 4 छिल्लड़ इकट्ठे कीते सारे खर्चे गए लग गए गरीबी आ गई। जदों बंदे नूं ठोकर वजदी मार पैंदी फिर जाके अकल आउंदी है भी ये की कर बैठे। हुण फिर सिफारिशां लभणियां शुरू कीतियां फलाणिया साडी सिफारिश कर
ਜਿਹਦੇ ਕੋਲ ਜਾਂਦੇ ਉਹ ਡਰ ਕੇ ਅੱਗੋਂ ਹੱਥ ਜੋੜਦਾ, ਮੈਂ ਕਿਉਂ ਕਰਾਂ ਮਹਾਰਾਜ ਕਹਿੰਦੇ ਅਸੀਂ ਤੇ ਮੂੰਹ ਕਾਲਾ ਕਰਾਂਗੇ ਤੇ ਗਧੇ ਤੇ ਬਿਠਾਵਾਂਗੇ, ਮੈਂ ਤੁਹਾਡੇ ਬਦਲੇ ਕਿਉਂ ਗਧੇ ਤੇ ਚੜਾਂ, ਮੈਂ ਕਿਉਂ ਮੂੰਹ ਕਾਲਾ ਕਰਵਾਵਾਂ, ਗਲਤੀ ਤੁਸੀਂ ਕੀਤੀ ਹੈ ਤੇ ਉਹਦਾ ਖਮਿਆਜਾ ਮੈਨੂੰ ਭੁਗਤਣਾ ਪਵੇ, ਮੈਂ ਨਹੀਂ ਕਰਾਂਗਾ। ਜਦੋਂ ਅੰਮ੍ਰਿਤਸਰ ਦੀ ਸੰਗਤ ਨੇ ਨਾ ਕਰ ਦਿੱਤੀ ਨਾ ਤੇ ਕਹਿੰਦੇ ਲਾਹੌਰ ਦੇ ਵਿੱਚ ਇੱਕ ਸਿੱਖ ਰਹਿੰਦਾ ਤੇ ਉਹ ਲਾਹੌਰ ਦੇ ਸਿੱਖ ਦੇ ਕੋਲ ਇਹਨਾਂ ਨੇ ਭਾਈ ਲੱਦਾ ਜੀ ਉਹਦਾ ਨਾਮ ਹੈ, ਉਹਦੇ ਕੋਲ ਜਾ ਕੇ ਪਹੁੰਚ ਕੀਤੀ। ਕਹਿਣ ਲੱਗੇ ਤੂੰ ਸਾਨੂੰ ਬਖਸ਼ਾ, ਤੇਰੇ ਗੁਰੂ ਘਰੇ ਬੜੀ ਮਾਨਤਾ। ਹੁਣ ਸਾਰੇ ਇਤਿਹਾਸ ਦਾ ਉਹਨੂੰ ਵੀ ਪਤਾ ਸੀ ਵੀ ਇਹਨਾਂ ਨੇ ਕੀ ਕੀਤਾ, ਉਹਨੂੰ ਇਹ ਵੀ ਪਤਾ ਵੀ ਮਹਾਰਾਜ ਨੇ ਅੱਗੋਂ ਕੀ ਆਖਿਆ, ਪਰ ਭਾਈ ਲੱਦਾ ਪਰਉਪਕਾਰੀ ਨਾ, ਗੁਰੂ ਕਾ ਸਿੱਖ ਹੁੰਦਾ ਪਰਉਪਕਾਰੀ। ਤੇ ਉਹ ਕਹਿਣ ਲੱਗੇ ਠੀਕ ਹੈ ਭਾਈ ਬਖਸ਼ਾ ਦੇਵਾਂਗਾ। ਉਹਨਾਂ ਨੇ ਕੀ ਕੀਤਾ, ਆਪਣੇ ਘਰੋਂ ਤਵੇ ਦੀ ਲੈ ਕੇ ਕਾਲਖ ਆਪਣਾ ਹੱਥ ਤਵੇ ਤੇ ਫੇਰ ਕੇ ਤੇ ਆਪਣੇ ਮੂੰਹ ਤੇ ਆਪੇ ਹੀ ਫੇਰ ਲਿਆ। ਮਹਾਰਾਜ ਨੇ ਆਖਿਆ ਵੀ ਮੂੰਹ ਕਾਲਾ ਕਰਾਂਗੇ, ਮਹਾਰਾਜ ਨੇ ਤਾਂ ਪਤਾ ਨਹੀਂ ਕਦੋਂ ਕਰਨਾ, ਮੈਂ ਪਹਿਲਾਂ ਹੀ ਕਰ ਲਾਂ। ਮਹਾਰਾਜ ਨੇ ਆਖਿਆ ਅਸੀਂ ਗਲੀਆਂ ਵਿੱਚ ਘੁਮਾਵਾਂਗੇ। ਉਸੇ ਵੇਲੇ ਘੁਮਿਆਰਾਂ ਦੇ ਘਰੋਂ ਇੱਕ ਮੰਗਾਇਆ ਗਿਆ ਗਧਾ, ਗਧੇ ਤੇ ਬੈਠ ਕੇ ਆਪਣੇ ਆਪ ਹੀ ਪਹਿਲਾਂ ਲਾਹੌਰ ਦੇ ਵਿੱਚ ਗੇੜਾ ਦਿੱਤਾ, ਸਾਰਿਆਂ ਨੂੰ ਵਿਖਾਇਆ ਜੋ ਮਹਾਰਾਜ ਨੇ ਆਖਿਆ ਮੈਂ ਪਹਿਲਾਂ ਮੰਨਿਆ ਹੈ। ਫਿਰ ਆ ਗਏ ਅੰਮ੍ਰਿਤਸਰ ਦੇ ਵਿੱਚ। ਅੰਮ੍ਰਿਤਸਰ ਦੇ ਵਿੱਚ ਆ ਕੇ ਵੀ ਸਾਰੀਆਂ ਗਲੀਆਂ ਵਿੱਚ ਘੁੰਮੇ। ਜਦੋਂ ਬੜਾ ਰੌਲਾ ਪਿਆ ਨਾ ਤੇ ਮਹਾਰਾਜ ਨੇ ਪੁੱਛਿਆ ਇੱਧਰ ਕਿਉਂ ਸੰਗਤਾਂ ਇੰਨੀਆਂ ਇਕੱਠੀਆਂ, ਕਿਉਂ ਇੰਨਾ ਰੌਲਾ ਪਿਆ ਹੋਇਆ? ਕਿਸੇ ਨੇ ਦੱਸਿਆ ਮਹਾਰਾਜ ਭਾਈ ਲੱਦਾ ਆਏ ਲਾਹੌਰ ਤੋਂ ਚੱਲ ਕੇ। ਜਦੋਂ ਮਹਾਰਾਜ ਨੇ ਸੁਣਿਆ ਬਚਨ ਤੇ ਸਤਿਗੁਰੂ ਉੱਠ ਕੇ ਬਾਹਰ ਆਏ, ਵੇਖਿਆ ਭਾਈ ਲੱਦਾ ਜੀ ਗਧੇ ਦੇ ਉੱਪਰ ਬੈਠੇ, ਮੂੰਹ ਦੇ ਉੱਪਰ ਕਾਲਖ ਲੱਗੀ ਹੋਈ, ਪਿਛਲੇ ਬੰਨੇ ਸੱਤਾ ਤੇ ਬਲਵੰਡਾ ਖਲੋਤੇ ਹੋਏ। ਮਹਾਰਾਜ ਜਾਣ ਗਏ। ਸਤਿਗੁਰਾਂ ਨੇ ਭਾਈ ਲੱਦੇ ਨੂੰ ਥੱਲੇ ਉਤਾਰਿਆ। ਕਹਿਣ ਲੱਗੇ ਭਾਈ ਲੱਦਿਆ ਇਹ ਕੀ ਕੀਤਾ, ਤੂੰ ਸਾਨੂੰ ਉਸ ਤਰ੍ਹਾਂ ਹੀ ਕਹਿ ਦਿੰਦਾ ਨਾ ਮਹਾਰਾਜ ਮਾਫ ਕਰ ਦਿਓ ਤੇ ਅਸੀਂ ਤੇਰਾ ਬਚਨ ਮੋੜਨਾ ਨਹੀਂ ਸੀ, ਪਰ ਤੂੰ ਇਹ ਕਿਉਂ ਕਾਰਜ ਕੀਤਾ? ਇਹ ਤੇਰੇ ਵਾਸਤੇ ਗੁਰਸਿੱਖ ਵਾਸਤੇ ਐਸਾ ਬਚਨ ਕਰਨਾ ਜਾਂ ਹੋਣਾ ਇਹ ਨਹੀਂ ਸੀ ਹੋਣਾ ਚਾਹੀਦਾ। ਮਹਾਰਾਜ ਦੇ ਨੇਤਰਾਂ ਵਿੱਚ ਗੁਰਮੁਖੋ ਜਲ ਭਰ ਆਇਆ ਆਪਣੇ ਸਿੱਖ ਦੀ ਐਸੀ ਕਰਨੀ ਵੇਖ ਕੇ। ਤੇ ਭਾਈ ਲੱਦੇ ਨੇ ਹੱਥ ਜੋੜ ਕੇ ਆਖਿਆ ਮਹਾਰਾਜ ਆਪ ਜੀ ਦੇ ਬਚਨ ਮੰਨਣੇ ਵੀ ਤੇ ਜ਼ਰੂਰੀ ਨੇ ਨਾ, ਜਿੰਨਾ ਚਿਰ ਬਚਨ ਨਹੀਂ ਮੰਨਦੇ ਉਹਨਾਂ ਚਿਰ ਪ੍ਰਾਪਤੀ ਤੇ ਨਹੀਂ ਨਾ ਹੋ ਸਕਦੀ ਹੈ। ਸਤਿਗੁਰਾਂ ਨੇ ਸੁਣੇ ਬਚਨ। ਕਹਿਣ ਲੱਗੇ ਮਹਾਰਾਜ ਇਹਨਾਂ ਨੂੰ ਮਾਫ ਕਰ ਦਿਓ। ਮਹਾਰਾਜ ਕਹਿਣ ਲੱਗੇ ਸਾਡੇ ਵੱਲੋਂ ਤੇ ਮਾਫੀ ਹੈ, ਪਰ ਇਹਨਾਂ ਨੂੰ ਹੁਣ ਗੁਰੂ ਨਾਨਕ ਪਾਤਸ਼ਾਹ ਤੋਂ ਮਾਫੀ ਲੈਣੀ ਪਵੇਗੀ, ਗੁਰੂ ਅੰਗਦ ਸਾਹਿਬ ਤੇ ਗੁਰੂ ਅਮਰਦਾਸ ਮਹਾਰਾਜ ਤੋਂ ਮਾਫੀ ਮੰਗਣੀ ਪਵੇਗੀ, ਇਹਨਾਂ ਨੂੰ ਧੰਨ ਗੁਰੂ ਰਾਮਦਾਸ ਪਾਤਸ਼ਾਹ ਤੋਂ ਮਾਫੀ ਮੰਗਣੀ ਪਵੇਗੀ। ਮਹਾਰਾਜ ਕਿਵੇਂ ਮਾਫੀ ਮੰਗਣ? ਸਤਿਗੁਰੂ ਕਹਿੰਦੇ ਇਹਨਾਂ ਨੂੰ ਕਹੋ ਕਿ ਵੱਡਿਆਂ ਗੁਰੂਆਂ ਦੀ ਸਿਫਤ ਵਿੱਚ ਬਾਣੀ ਉਚਾਰਨ, ਜਿਵੇਂ ਜਿਵੇਂ ਇਹ ਬਾਣੀ ਉਚਾਰਨਗੇ ਇਹਨਾਂ ਦੀ ਜ਼ੁਬਾਨ ਤੇ ਹੋਇਆ ਕੋੜ, ਸਰੀਰ ਤੇ ਹੋਇਆ ਕੋੜ ਮਿਟ ਜਾਏਗਾ। ਜਦੋਂ ਇਹ ਬਚਨ ਕੀਤੇ ਦੋਨਾਂ ਨੇ ਹੱਥ ਜੋੜ ਕੇ ਆਖਿਆ ਮਹਾਰਾਜ ਅਸੀਂ ਤੇ ਗਾਉਣਾ ਹੀ ਜਾਣਦੇ ਹਾਂ, ਸਾਨੂੰ ਬਾਣੀ ਉਚਾਰਨੀ ਕਿੱਥੇ ਆਉਂਦੀ ਹੈ? ਮਹਾਰਾਜ ਕਹਿਣ ਲੱਗੇ ਜਦੋਂ ਸ੍ਰੀ ਹਰਮੰਦਰ ਸਾਹਿਬ ਦੇ ਦਰਵਾਜ਼ੇ ਤੇ ਆ ਕੇ ਆਪਣਾ ਸਿਰ ਝੁਕਾਓਗੇ, ਆਪਣਾ ਸੀਸ ਝੁਕਾਓਗੇ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਐਸੀ ਸਮੱਤ ਬਖਸ਼ਿਸ਼ ਕਰਨਗੇ ਤੁਸੀਂ ਬਾਣੀ ਉਚਾਰਨ ਦੇ ਸਮਰੱਥ ਹੋ ਜਾਓਗੇ। ਇੱਕ ਵਾਰੀ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਇਹ ਦਾਤ ਮਹਾਰਾਜ ਨੇ ਬਖਸ਼ੀ। ਫਿਰ ਉਹਨਾਂ ਨੇ ਬਾਣੀ ਉਚਾਰੀ। ਆਪਾਂ ਪੜ੍ਹਦੇ ਵੀ ਹਾਂ ਕਿ ਸੱਤੈ ਡੂਮ ਬਲਵੰਡ ਆਖੀ, ਉਹ ਵਾਰ ਜਿਹੜੀ ਮਹਾਰਾਜ ਜੀਆਂ ਦੀ ਰਾਮਕਲੀ ਰਾਗ ਦੇ ਵਿੱਚ ਰਾਏ ਬਲਵੰਡ ਤਥਾ ਸੱਤੈ ਡੂਮ ਆਖੀ ਮਹਾਰਾਜ ਨੇ ਲਿਖਿਆ ਵੀ ਹੈ। ਸੋ ਇਸ ਤਰ੍ਹਾਂ ਮਹਾਰਾਜ ਨੇ ਬਖਸ਼ਿਆ। ਗੁਰਮੁਖੋ ਬਚਨ ਇਹ ਹੈ ਕਿ ਸੇਵਕ ਸਿੱਖ ਪੂਜਨ ਸਭ ਆਵੈ, ਸਭ ਗਾਵੈ ਹਰ ਹਰ ਊਤਮ ਬਾਣੀ। ਬਾਣੀ ਤੇ ਸੱਤਾ ਤੇ ਬਲਵੰਡਾ ਵੀ ਗਾਉਂਦੇ ਸਨ, ਆਸਾ ਦੀ ਵਾਰ ਤੇ ਗੁਰਬਾਣੀ ਦੇ ਸ਼ਬਦ। ਪਰ ਮਹਾਰਾਜ ਕਹਿਣ ਲੱਗੇ ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਜਿਨੇ ਗੁਰੂ ਦੇ ਬਚਨ ਨੂੰ ਮੰਨਿਆ ਉਹ ਨੇ ਸਫਲੇ ਹੋਏ। ਮਹਾਰਾਜ ਕਹਿਣ ਲੱਗੇ ਭਾਈ ਬਚਨ ਇਹ ਹੈ ਜਿਨੀ ਗੁਰਮੁਖ ਨਾਮ ਨਾ ਚੇਤਿਓ, ਗੁਰਾਂ ਦੇ ਕਹਿਣ ਦੇ ਉੱਪਰ ਜਿਨ੍ਹਾਂ ਨੇ ਨਾਮ ਨਹੀਂ ਜਪਿਆ। ਹੁਣ ਮਹਾਰਾਜ ਦੇ 24 ਘੰਟੇ ਹੋਕਾ ਦਿੰਦੇ ਨਾ, ਗੁਰਬਾਣੀ ਦਾ ਕੋਈ ਸ਼ਬਦ ਪੜ੍ਹ ਲਈਏ ਉਹਦੇ ਵਿੱਚ ਲਿਖਿਆ ਨਾਮ ਜਪੋ ਭਾਈ, ਨਾਮ ਜਪੋ। ਆਪਾਂ ਕਿੰਨਾ ਕੁ ਜਪਦੇ ਆ? ਆਪਾਂ ਬੈਠੇ ਆ ਨਾ, ਸਰੀਰ ਆਪਣੇ ਘਰ ਦੇ ਮੈਂਬਰਾਂ ਦਾ ਵੀ ਆਪਾਂ ਨੂੰ ਪਤਾ ਹੈ ਵੀ ਸਾਡੇ ਘਰ ਦੇ ਮੈਂਬਰ ਕਿੰਨੇ ਵਜੇ ਉੱਠਦੇ ਨੇ, ਕਿੰਨਾ ਕੁ ਉਹ ਰੱਬ ਦਾ ਨਾਮ ਲੈਂਦੇ ਨੇ। ਸੋ ਜਪਦੇ ਨਹੀਂ ਅਸੀਂ, ਪਰ ਮਹਾਰਾਜ ਕਹਿੰਦੇ ਨੇ ਵਾਰ-ਵਾਰ ਸਾਨੂੰ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਜਿਨ੍ਹਾਂ ਨੇ ਗੁਰੂ ਦੇ ਕਹਿਣ ਦੇ ਉੱਪਰ ਨਾਮ ਨਹੀਂ ਨਾ ਜਪਿਆ
ਨਹੀਂ ਜਪਦੇ ਹਨ। ਸੇ ਬਹਿਣ ਨਾ ਮਿਲਣੀ ਪਾਸ। ਉਹਨਾਂ ਨੂੰ ਪ੍ਰਮਾਤਮਾ ਦੇ ਕੋਲ ਬਹਿਣਾ ਨਹੀਂ ਮਿਲੇਗਾ। ਪ੍ਰਮਾਤਮਾ ਦੀ ਸੰਗਤ ਵਿੱਚ, ਪ੍ਰਮਾਤਮਾ ਦੀ ਹਜ਼ੂਰੀ ਵਿੱਚ, ਸੱਚਖੰਡ ਦੇ ਵਿੱਚ ਉਹ ਬੈਠਣ ਨੂੰ, ਜਗ੍ਹਾ ਨੂੰ ਪ੍ਰਾਪਤ ਨਹੀਂ ਕਰਦੇ ਹਨ। ਦੁੱਖ ਲਾਗਾ ਬਹੁ ਅਤ ਘਣਾ। ਜਦੋਂ ਫਿਰ ਇਹੋ ਜਿਹੇ ਲੋਕ ਜਮਾਂ ਦੇ ਵਸ ਪੈਂਦੇ ਨਾ, ਗੁਰਮੁਖੋਂ ਮਰਨਾ ਤੇ ਸਾਰਿਆਂ ਨੇ। ਇਹ ਵੱਖਰੀ ਗੱਲ ਹੈ, ਕਿਸੇ ਦੀ ਵਾਰੀ ਅੱਜ ਹੈ ਤੇ ਕਿਸੇ ਦੀ ਕੱਲ ਹੈ, ਪਰ ਜਾਣਾ ਸਾਰਿਆਂ ਨਹੀਂ ਹੈ। ਮਹਾਰਾਜ ਕਹਿਣ ਲੱਗੇ ਬਚਨ ਇਹ ਹੈ ਕਿ ਇਸ ਸੰਸਾਰ ਤੋਂ ਰਾਣਾ ਰਾਉ ਨਾ ਕੋ ਰਹਿ, ਰੰਗ ਨ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਏ ਨ ਬੰਧੈ ਧੀਰ। ਕਾਲਜ ਦੇ ਅੱਗੇ, ਕਾਲ ਦੇ ਅੱਗੇ ਕੋਈ ਛਾਤੀ ਤਾਣ ਕੇ ਇਹ ਨਹੀਂ ਕਹਿ ਸਕਦਾ ਕਿ ਮੈਂ ਨਹੀਂ ਜਾਣਾ। ਉਹ ਸਾਰਿਆਂ ਨੂੰ ਬੰਨ੍ਹ ਕੇ ਲੈ ਜਾਂਦਾ ਹੈ, ਵਾਰੀ ਆਪੋ ਆਪਣੀ ਹੈ। ਪਰ ਜਦੋਂ ਵਾਰੀ ਆ ਗਈ, ਮਹਾਰਾਜ ਕਹਿਣ ਲੱਗੇ ਉਸ ਵੇਲੇ ਜਿਹੜੇ ਜਮ ਨੇ ਨਾ, ਉਹਨਾਂ ਨੇ ਬਹੁਤ ਘਣਾ ਦੁੱਖ ਦੇਣਾ, ਬਹੁਤਾ ਦੁੱਖ, ਜਿਹੜਾ ਦੁੱਖ ਦੀ ਗਿਣਤੀ ਮਿਣਤੀ ਨਾ ਹੋਵੇ। ਅੱਛਾ ਕਰਕੇ ਬੜਾ ਭਾਰੀ ਦੁੱਖ ਫਿਰ ਜਮਾਂ ਦੇ ਕੋਲੋਂ ਮਾਰਦਾ ਉਹਨਾਂ ਨੂੰ ਪ੍ਰਾਪਤ ਹੋਵੇਗਾ ਜਿਨ੍ਹਾਂ ਨੇ ਗੁਰੂ ਦੇ ਬਚਨ ਨਹੀਂ ਮੰਨੇ ਹਨ। ਪੁੱਤ ਕਲਤ ਨਾ ਸਾਥ ਕੋਈ ਜਾਸ। ਇੱਥੇ ਅਸੀਂ ਇਹ ਗੱਲ ਕਹਿੰਦੇ ਆ ਵੀ ਆਹ ਕੰਮ ਮੈਂ ਪੁੱਤਰ ਵਾਸਤੇ ਕੀਤਾ, ਆਹ ਕੰਮ ਮੈਂ ਆਪਣੀ ਘਰਵਾਲੀ ਵਾਸਤੇ ਕੀਤਾ, ਆਹ ਕੰਮ ਮੈਂ ਮਾਂ ਜਾਂ ਬਾਪ ਵਾਸਤੇ ਕੀਤਾ। ਮੈਂ ਕੀ ਕਰਾਂ, ਮੈਨੂੰ ਤੇ ਇਹਨਾਂ ਦੀਆਂ ਮਜਬੂਰੀਆਂ ਕਰਾਉਂਦੀਆਂ ਪਈਆਂ, ਮੈਨੂੰ ਤੇ ਇਹਨਾਂ ਵੱਲ ਵੇਖ ਕੇ ਬੜਾ ਕੁਝ ਕਰਨਾ ਪੈਂਦਾ। ਕੋਈ ਨਹੀਂ, ਭਾਵੇਂ ਪਾਪ ਹੈ ਤੇ ਭਾਵੇਂ ਪੁੰਨ ਹੈ, ਮੈਂ ਕੀ ਕਰਾਂ, ਪਰ ਮੈਂ ਪਰਿਵਾਰ ਤੇ ਪਾਲਣਾ ਹੀ ਹੈ ਨਾ। ਅਸੀਂ ਆਮ ਹੀ ਗੱਲ ਕਹਿੰਦੇ ਸੁਣਦੇ ਇੱਕ ਦੂਜੇ ਨੂੰ, ਇਹ ਆਪਾਂ ਨਜ਼ਰ ਆਉਂਦੇ ਆ, ਆਮ ਹੀ ਇਹ ਗੱਲ ਕਹਿੰਦੇ ਮੈਂ ਤੇ ਪਰਿਵਾਰ ਪਾਲਦਾ ਪਿਆ, ਪਾਪ ਹੋਇਆ ਤੇ ਤਾਂ ਕੀ ਹੋਇਆ, ਬੱਚਿਆਂ ਨੂੰ ਕਿਵੇਂ ਪਾਲਾਂਗਾ। ਤੇ ਮਹਾਰਾਜ ਕਹਿਣ ਲੱਗੇ ਜਿੱਥੇ ਜਮਾਂ ਦੀ ਮਾਰ ਪੈਣੀ ਹੈ ਨਾ, ਉੱਥੇ ਜਾ ਕੇ ਪੁੱਤ ਕਲਤ ਨਾ ਸਾਥ ਜਾਏ। ਨਾ ਪੁੱਤਰ ਨੇ ਨਾਲ ਜਾਣਾ, ਨਾ ਘਰਵਾਲੀ ਨੇ ਨਾਲ ਜਾਣਾ। ਉੱਥੇ ਜਮਾਂ ਦੇ ਸਾਹਮਣੇ ਕਿਸੇ ਨੇ ਇਹ ਨਹੀਂ ਕਹਿਣਾ ਵੀ ਮੇਰੇ ਭਾਪੇ ਨੂੰ ਛੱਡ ਦਿਓ ਜੀ, ਮੈਨੂੰ 4 ਡੰਡੇ ਮਾਰ ਲਓ, ਨਹੀਂ। ਉਥੇ ਪਤਨੀ ਨੇ ਵੀ ਇਹ ਗੱਲ ਨਹੀਂ ਕਹਿਣੀ ਮੇਰੇ ਪਤੀ ਨੂੰ ਛੱਡ ਦਿਓ ਜੀ, ਮੈਨੂੰ ਕੁੱਟ ਲਓ, ਨਹੀਂ। ਨਾ ਪਤੀ ਨੇ ਕਹਿਣਾ ਵੀ ਪਤਨੀ ਨੂੰ ਛੱਡ ਦਿਓ, ਮੈਨੂੰ ਮਾਰ ਲਓ, ਨਹੀਂ। ਉਥੇ ਨਾਲ ਨਹੀਂ ਭਾਈ ਕੋਈ ਵੀ ਜਾਂਦਾ। ਬਾਪ ਦੇ ਨਾਲ ਪੁੱਤਰ ਨਹੀਂ ਜਾਂਦਾ, ਪੁੱਤਰ ਦੇ ਨਾਲ ਬਾਪ ਨਹੀਂ ਜਾਂਦਾ, ਘਰਵਾਲੀ ਦੇ ਨਾਲ ਪਤੀ ਨਹੀਂ ਜਾਂਦਾ ਤੇ ਪਤੀ ਦੇ ਨਾਲ ਪਤਨੀ ਨਹੀਂ ਜਾਂਦੀ ਹੈ। ਉਥੇ ਆਪਣੇ ਲੇਖਾਂ ਦਾ ਹਿਸਾਬ ਕਿਤਾਬ ਆਪ ਨੂੰ ਹੀ ਨਿਬੇੜਨਾ ਪੈਣਾ ਹੈ। ਮਹਾਰਾਜ ਕਹਿਣ ਲੱਗੇ ਪੁੱਤ ਕਲਤ ਨਾ ਸਾਥ ਕੋਈ ਜਾਸ। ਇਹ ਭਾਈ ਤੇਰੇ ਕਰਮਾਂ ਦਾ ਫਲ ਜਿੱਥੇ ਮਿਲਣਾ, ਉਥੇ ਕੋਈ ਵੀ ਰਿਸ਼ਤੇਦਾਰ ਤੇਰੀ ਮਦਦ ਵਾਸਤੇ ਨਾਲ ਨਹੀਂ ਬੜਦਾ ਹੈ। ਲੋਕਾਂ ਵਿੱਚ ਮੂੰਹ ਕਾਲਾ ਹੋਆ। ਇੱਥੇ ਵੀ ਲੋਕਾਂ ਦੇ ਵਿੱਚ ਮੂੰਹ ਕਾਲਾ ਹੁੰਦਾ ਹੈ। ਇੱਥੇ ਵੀ ਬਦਨਾਮੀ ਇਹੋ ਜਿਹੇ ਪਾਪੀ ਕਰਮ ਕਰਨ ਵਾਲੇ ਜੀਵ ਖੱਟਦੇ ਹਨ। ਅੰਦਰ ਉਬੈ ਸਾਸ। ਅੰਦਰੋਂ ਫਿਰ ਲੰਮੇ ਲੰਮੇ ਸਾਹ ਲੈਂਦਾ, ਹੌਕੇ ਲੈਂਦਾ। ਪਾਪ ਕਰਨ ਲੱਗਿਆਂ ਤੇ ਵੇਖਦਾ ਨਹੀਂ, ਪਰ ਜਦੋਂ ਪਾਪ ਕਰਦਾ ਫੜਿਆ ਜਾਂਦਾ ਨਾ, ਫਿਰ ਲੋਕ ਚੰਗੀ ਤਰ੍ਹਾਂ ਬਣਾ ਕੇ ਸੇਵਾ ਕਰਦੇ। ਟੁੱਟੇ ਛਿੱਤਰਾਂ ਦਾ ਹਾਰ ਬਣਾ ਕੇ ਗਲ ਵਿੱਚ ਪਾਇਆ ਜਾਂਦਾ, ਮੂੰਹ ਕਾਲਾ ਕਰਕੇ ਪਿੰਡ ਵਿੱਚ ਤੋਰਿਆ ਫੇਰਿਆ ਜਾਂਦਾ। ਕਹਿਣ ਲੱਗੇ ਵੀ ਮਾੜੇ ਕਰਮ ਦਾ ਨਤੀਜਾ ਤੇ ਭਾਈ ਮਾੜਾ ਹੀ ਹੈ। ਇੱਥੇ ਵੀ ਮੂੰਹ ਕਾਲਾ ਹੁੰਦਾ। ਤੇ ਪਾਤਸ਼ਾਹ ਕਹਿਣ ਲੱਗੇ ਅੰਦਰੋਂ ਫਿਰ ਜਦੋਂ ਮਾਰ ਪੈਂਦੀ ਹੈ ਨਾ, ਮਾਰ ਖਾ ਕੇ ਫਿਰ ਲੰਮੇ ਲੰਮੇ ਸਾਹ ਲੈਂਦਾ, ਹੌਕੇ ਲੈਂਦਾ, ਹਾਏ ਮੈਨੂੰ ਮਾਰਿਆ। ਪਰ ਕਹਿੰਦੇ ਵੀ ਹੁਣ ਤੇ ਭਾਈ ਕੀਤੇ ਦਾ ਫਲ ਤੈਨੂੰ ਭੁਗਣਾ ਪੈਣਾ ਹੈ। ਮਨਮੁਖਾਂ ਨੂੰ ਕੋ ਨਾ ਵਿਸਈ। ਮਨਮੁਖ ਬੰਦਿਆਂ ਦੇ ਉੱਪਰ ਕੋਈ ਨਹੀਂ ਭਰੋਸਾ ਕਰਦਾ। ਮਨਮੁਖ ਬੰਦਾ ਬੈਠਾ ਗੱਲੇ ਤੇ, ਦੁਕਾਨ ਤੇ, ਆਪਣੀ ਗੱਦੀ ਤੇ, ਆਪਣੇ ਕੰਮ ਤੇ ਰੋਜ਼ ਸੌਂਹਾਂ ਖਾਂਦਾ, ਪਤਾ ਨਹੀਂ ਕਿੰਨੀਆਂ ਕੁ ਖਾ ਛੱਡਦਾ ਹੈ। ਜਿਹਦੀਆਂ ਸੌਂਹਾਂ ਖਾਂਦਾ ਉਹਨੂੰ ਚੇਤਾ ਭੁੱਲ ਗਿਆ ਵੀ ਕਿੰਨੀਆਂ ਖਾਧੀਆਂ, ਜਿੰਨੇ ਖਾਧੀਆਂ ਉਹਦਾ ਤੇ ਪਤਾ ਹੀ ਕੋਈ ਨਹੀਂ ਹੈ। ਮਨਮੁਖ ਤੇ ਕੋਈ ਵੀ ਭਰੋਸਾ ਯਕੀਨ ਨਹੀਂ ਕਰਦਾ ਹੈ। ਝੁਕ ਗਿਆ ਵੇ ਸਾਸ। ਕਿਉਂਕਿ ਉਹਦਾ ਭਰੋਸਾ ਹੀ ਖਤਮ ਹੋ ਗਿਆ ਨਾ। ਦੁਨੀਆ ਨੂੰ ਪਤਾ ਵੀ ਇਹ ਰੋਜ਼ ਜਿੰਨਾ ਚਿਰ ਝੂਠ ਨਾ ਮਾਰੇ, ਇੰਨਾ ਚਿਰ ਇਹਨੂੰ ਪ੍ਰਸ਼ਾਦਾ ਹਜਮ ਨਹੀਂ ਹੋਣਾ। ਉਹਨੇ ਆਪਣਾ ਯਕੀਨ ਖਰਾਬ ਕਰ ਲਿਆ ਹੈ। ਉਹ ਜਿੰਨਾ ਮਰਜ਼ੀ ਕਹੀ ਜਾਵੇ ਵੀ ਆਹ ਬਚਨ ਸੱਚਾ ਹੈ, ਕਹਿਣ ਲੱਗੇ ਜਿਹਦਾ ਵਿਸ਼ਵਾਸ ਇੱਕ ਵਾਰੀ ਟੁੱਟ ਜਾਵੇ ਨਾ ਗੁਰਮੁਖੋ, ਫਿਰ ਉੱਤੇ ਕੋਈ ਯਕੀਨ ਨਹੀਂ ਕਰਦਾ ਹੈ। ਨਾਨਕ